ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵਾਓ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਤੂੰ ਚਾਉ ਸੱਜਣ ਮੈਡਿਆ, ਦੇ ਸਿਸ ਉਤਾਰ। ਨੈਣ ਮਹਿੰਜੇ ਤਰਸਦੇ, ਕਦ ਪਸੀ ਦੀਦਾਰ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੋ ਭਾਏ। ਦਰਸ਼ਨ ਪਰਸੇਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਵਾਹਿਗੁਰੂ ਜੀ ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਵੇ ਮੁਖ ਹੋਏ RAM ਤੇ, ਲਗਨ ਜਨਮ ਵਿਜੋਗ। ਖਿਨ ਮਹੇ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਬਿਯੋਗ। ਨਾਨਕ ਕਉ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ, ਬਿਨ ਸਹੇ ਸਭੇ ਸੋਚ। ਨਾਨਕ ਕਉ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ, ਬਿਨ ਸਹੇ ਸਭੇ ਸੋਚ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ, ਚਵਰ ਛਤਰ ਤਖਤ ਦੇ ਮਾਲਕ, ਕਲਯੁਗ ਕੇ ਬੋਹਿਤ ਨਾਮ ਕੇ ਜਹਾਜ, ਹਲਤ ਪਲਤ ਦੇ ਰਾਖੇ, ਲੋਕ ਪਰਲੋਕ ਦੇ ਸਹਾਇਕ, ਭਗਤ ਵਸ਼ਲ ਪਤਿਤ ਪਾਵਨ, ਕਰੁਣਾ ਨਿਧਾਨ ਬਖਸ਼ੰਦ ਸਤਿਗੁਰੂ, ਧੰਨ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ, ਸਮਰੱਥ ਮਾਲਕ ਪਾਤਸ਼ਾਹ ਦੀ ਪਾਵਨ ਗੋਦ ਅੰਦਰ ਹਜ਼ੂਰ ਗੁਰ ਕਲਗੀਧਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਇਸ ਪਾਵਨ ਨਿਵਾਜੇ ਹੋਏ ਮਹਾਨ ਅਸਥਾਨ ਗੁਰਦੁਆਰਾ ਸ਼੍ਰੀ ਬਾਲ ਲੀਲਾ ਜੀ ਸਾਹਿਬ ਵਿਖੇ ਹਜ਼ੂਰ ਪਾਤਸ਼ਾਹ ਜੀ ਦੇ ਧਰਮ ਮਾਤਾ ਵਿਸ਼ੰਭਰਾ ਦੇਵੀ ਸਾਹਿਬ ਜੀ ਦੀ ਰਾਣੀ ਮੈਣੀ ਸਾਹਿਬ ਦੀ ਪਾਵਨ ਨਿੱਘੀ ਗੋਦ ਅੰਦਰ, ਹਜ਼ੂਰ ਦੀ ਪਾਵਨ ਗੋਦ ਅੰਦਰ ਬੜੀ ਭਾਵਨਾ ਦੇ ਨਾਲ ਜੁੜ ਬੈਠੇ ਗੁਰੂ ਸਵਾਰੇ ਖਾਲਸਾ ਜੀ ਸਾਹਿਬ ਜੀ ਨੇ ਸੁਭਾਗ ਬਖਸ਼ਿਸ਼ ਕੀਤਾ ਹੈ। ਜੋ ਪਿਛਲੇ ਅਸੂ ਦੇ ਮਹੀਨੇ ਦੀ ਸੰਪੂਰਨਤਾ ਹੋਈ, ਜਿਸ ਮਹੀਨੇ ਦੇ ਅੰਦਰ ਮਾਲਕ ਸਾਹਿਬ ਜੀ ਨੇ ਜੀਵਨ ਦੇ ਅੰਦਰ ਮਨ ਤੇ ਤਨ ਦੇ ਅੰਦਰ ਉਸ ਕਰਤੇ ਦੇ ਪਿਆਸ ਦੀ ਜ਼ਿਕਰ ਦਾ ਕੀਤਾ ਸੀ। ਨਾਲ ਮਹਾਰਾਜ ਨੇ ਸਮਝਾਇਆ ਸੀ ਕਿ ਜੇ ਤੇਰੇ ਅੰਦਰ ਇਹ ਪਿਆਸ ਹੈ ਤਾਂ ਇਸ ਪਿਆਸ ਨੂੰ ਬੁਝਾਉਣ ਦੇ ਵਾਸਤੇ ਤੈਨੂੰ ਕਿਸੇ ਸਤਿਪੁਰਖ, ਕਿਸੇ ਕਮਾਈ ਵਾਲੇ, ਕਿਸੇ ਜਗਿਆਸੂ, ਕਿਸੇ ਗੁਰਸਿੱਖ ਦੇ ਸਾਥ ਦੀ ਲੋੜ ਪਵੇਗੀ। ਤੇ ਜੇ ਤੂੰ ਉਹਦਾ ਸਾਥ ਜਿਹੜਾ ਹੈ ਉਹ ਕਮਾ ਲਵੇਂਗਾ, ਉਹਦੇ ਨਾਲ ਜੁੜ ਜਾਏਗਾ, ਤਾਂ ਸਾਹਿਬ ਪਾਤਸ਼ਾਹ ਜੀ ਨੇ ਕਿਹਾ ਸੀ ਅਸੂ ਸੁਖੀ ਵਸੰਦੀਆਂ। ਸਾਹਿਬ ਪਾਤਸ਼ਾਹ ਕਹਿੰਦੇ ਜਿੰਨਾ ਮਇਆ ਹਰ ਰਾਏ। ਪਿਛਲੇ ਮਹੀਨੇ 'ਚ ਸਾਹਿਬ ਜੀ ਨੇ ਇਹ ਉਪਦੇਸ਼ ਦਿੱਤਾ ਕਿ ਅਸੂ ਦੇ ਮਹੀਨੇ ਅੰਦਰ ਜਿਨ੍ਹਾਂ ਨੇ ਸਤਿਪੁਰਖਾਂ ਦਾ ਸੰਗ ਕਰ ਲਿਆ, ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸੁਖਮਈ ਹੋ ਗਿਆ। ਅੱਜ ਕੱਤਕ ਦੇ ਮਹੀਨੇ ਦੀ ਆਰੰਭਤਾ ਹੋ ਰਹੀ ਹੈ, ਤਾਂ ਸਾਹਿਬ ਦੀ ਗੋਦ ਅੰਦਰ ਇਸ ਮਹੀਨੇ ਦੀ ਆਰੰਭਤਾ ਤੇ ਪਾਤਸ਼ਾਹ ਜੀ ਦੀਆਂ ਅਸੀਸਾਂ ਪ੍ਰਾਪਤ ਕਰਨ ਵਾਸਤੇ, ਬੀਤ ਚੁੱਕੇ ਮਹੀਨੇ ਤੇ ਮਾਲਕ ਦਾ ਸ਼ੁਕਰਾਨਾ ਕਰਨ ਵਾਸਤੇ ਜੁੜ ਮਿਲ ਬੈਠੇ ਹਾਂ। ਆਓ ਸਾਹਿਬ ਜੀ ਇਸ ਮਹੀਨੇ ਵਿੱਚ ਸਾਨੂੰ ਜੀਵਾਂ ਨੂੰ ਜੋ ਉਪਦੇਸ਼ ਬਖਸ਼ਦੇ ਨੇ, ਅਰਦਾਸ ਕਰੀਏ ਮਹਾਰਾਜ ਜੀ ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਦਿਓ, ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦੇ ਕੇ ਕੁਝ ਕਹਿਣ ਸੁਣਨ ਦਾ ਬਲ ਬਖਸ਼ਿਸ਼ ਕਰੋ। ਆਓ ਜਿਤਨੇ ਵੀ ਸਰੀਰ ਜਿੱਥੇ ਵੀ ਸੁਣ ਰਹੇ ਹਾਂ, ਪਿਆਰ ਸਹਿਤ ਇੱਕ ਦਫਾ ਉਚਾਰਨ ਕਰੋ ਔਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਹਜ਼ੂਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਜਿਸ ਵਕਤ ਸਿੱਖਾਂ ਨੇ ਇਹ ਬੇਨਤੀ ਕੀਤੀ ਸੀ ਕਿ ਮਹਾਰਾਜ ਜੀ ਹਰ ਧਰਮ ਵਾਲਾ ਮਨੁੱਖ ਜਿਹੜਾ ਉਹ ਸਮੇਂ ਦੇ ਮੁਤਾਬਕ ਆਪਣੇ ਰਹਿਬਰਾਂ ਦੇ ਕੋਲ, ਆਪਣੇ ਗੁਰੂਆਂ ਦੇ ਕੋਲ ਜਾਂ ਆਪਣੇ ਧਰਮ ਦੇ ਜਿਹੜੇ ਉਪਦੇਸ਼ਕ ਨੇ ਉਹਨਾਂ ਉਪਦੇਸ਼ ਕਰਤਿਆਂ ਦੇ ਕੋਲ, ਵਿਦਵਾਨਾਂ ਕੋਲ ਜਾਂਦਾ ਹੈ ਤੇ ਜਾ ਕੇ ਆਪਣੇ ਧਰਮ ਦੀ, ਆਪਣੇ ਇਸ ਮਹੀਨੇ ਦੀ ਪ੍ਰਾਰੰਭਤਾ ਤੇ ਜੋ ਉਹਦੇ ਧਰਮ ਨੇ ਉਹਨੂੰ ਕੋਈ ਸਿਧਾਂਤ, ਕੋਈ ਉਪਦੇਸ਼ ਦਿੱਤਾ ਹੁੰਦਾ ਸੋ ਪ੍ਰਾਪਤ ਕਰਦਾ ਹੈ। ਪਰ ਮਹਾਰਾਜ ਜੀ ਸਾਡੇ ਤੇ ਵੀ ਕੋਈ ਤਰਸ ਕਰੋ। ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਵੀ 12 ਮਾਹ ਦੀ ਬਾਣੀ ਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨ ਕੀਤੀ ਹੈ, ਪਰ ਸਿੱਖ ਕਹਿੰਦੇ ਕਿ ਮਹਾਰਾਜ ਉਹ ਬਾਣੀ ਮਹਿੰਗੀ ਹੈ। ਭਾਵ ਸਾਡੇ ਆਮ ਸੰਸਾਰੀ ਜੀਵਾਂ ਦੇ ਹਿਰਦੇ ਅੰਦਰ ਉਹਦੇ ਅਰਥ ਜਿਹੜੇ ਨੇ ਉਹ ਸਮਝ ਨਹੀਂ ਪੈਂਦੇ। ਆਪ ਜੀ ਕਿਰਪਾ ਕਰੋ, ਅਸੀਂ ਸਿੱਧੇ ਸਾਦੇ ਜੇ ਲੋਕ ਹਾਂ, ਐਸਾ ਕੋਈ ਆਪ ਜੀ ਉਪਦੇਸ਼ ਦਿਓ, ਐਸੀ ਬਾਣੀ ਉਚਾਰਨ ਕਰੋ ਤਾਂ ਕਿ ਅਸੀਂ ਜਿਹੜੇ ਸਿੱਧੇ ਸਾਦੇ ਜੇ ਲੋਕ ਹਾਂ, ਬਹੁਤੇ ਪੜ੍ਹੇ ਲਿਖੇ ਨਹੀਂ, ਕੋਈ ਵਿਦਵਾਨ ਨਹੀਂ, ਸਾਨੂੰ ਵੀ ਬੜੀ ਸੁਖੈਣਤਾ ਨਾਲ ਉਸ ਬਾਣੀ ਦੇ ਅਰਥ ਸਮਝ ਆ ਜਾਣ। ਤਾਂ ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੁੱਠੇ ਤੇ 12 ਮਾਹ ਦੀ ਇਸ ਪਾਵਨ ਬਾਣੀ ਦਾ ਸਾਹਿਬ ਜੀ ਨੇ ਉਚਾਰਨ ਕੀਤਾ, ਜਿੱਥੇ ਆਪਾਂ ਰੋਜ਼ ਹੀ ਬੜੀ ਭਾਵਨਾ ਦੇ ਨਾਲ, ਦੁਨੀਆ 'ਚ ਕਿਤੇ ਵੀ ਸਿੱਖ ਬੈਠਾ ਹੋਵੇ ਤੇ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਦੋਂ ਸਵੇਰੇ ਮੁੱਖ ਵਾਕ ਸਾਹਿਬ ਦੀ ਕਥਾ ਆਉਂਦੀ ਹੈ ਤੇ ਤਕਰੀਬਨ ਸਾਰੀ ਦੁਨੀਆ ਦੇ ਵਿੱਚ ਬੈਠਾ ਸਿੱਖ ਦਾ ਹਿਰਦਾ ਜਿਹੜਾ ਹੈ ਉਸ ਕਥਾ ਨੂੰ ਬੜੀ ਭਾਵਨਾ ਦੇ ਨਾਲ ਸੁਣਦਾ ਤੇ ਸੀਸ ਝੁਕਾਉਂਦਾ। ਉਸ ਪਾਵਨ ਮੰਜੀ ਸਾਹਿਬ ਵਾਲੇ ਪਾਵਨ ਅਸਥਾਨ ਤੇ ਬਾਹਰ ਵਾਰ ਆਪ ਜੀ ਜਦੋਂ ਦਰਸ਼ਨ ਕਰੋ ਤਾਂ ਬਾਹਰ ਇੱਕ ਪਾਲਕੀ ਸਾਹਿਬ ਸੁਭਾਇਮਾਨ ਹੈ ਪੱਥਰ ਦੀ। ਉਸ ਜਗ੍ਹਾ ਤੇ ਹਜ਼ੂਰ ਪਾਤਸ਼ਾਹ ਜੀ ਨੇ ਚੌਂਕੜਾ ਮਾਰ ਕੇ ਇਹ ਬਾਣੀ ਉਚਾਰਨ ਕੀਤੀ। ਮਹਾਰਾਜ 12 ਮਹੀਨਿਆਂ ਦਾ ਉਪਦੇਸ਼ ਦਿੱਤਾ ਤੇ ਪਾਤਸ਼ਾਹ ਜੀ ਤਰਸ ਕਰਕੇ ਅੱਜ ਦੇ ਮਹੀਨੇ 'ਚ ਜੋ ਜ਼ਿਕਰ ਕਰ ਰਹੇ ਨੇ, ਥੋੜ੍ਹਾ ਜਿਹਾ ਇਹਦਾ ਭਾਵ ਅਰਥ ਸਾਂਝਾ ਕਰ ਲਈਏ ਕਿ ਜੀਵ ਦੇ ਕੁਝ ਜ਼ਿੰਦਗੀ ਵਿੱਚ ਐਸੇ ਕਰਮ ਨੇ
ਜਿਨ੍ਹਾਂ ਕਰਮਾਂ ਕਰਕੇ ਇਹਦੇ ਜੀਵਨ ਦੇ ਅੰਦਰ ਦੁੱਖ ਆਉਂਦੇ ਨੇ, ਇਹਦੇ ਜੀਵਨ ਅੰਦਰ ਪੀੜਾ ਆਉਂਦੀਆਂ ਨੇ। ਪਰ ਇਹ ਜੀਵ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੇ ਉੱਤੇ ਦੋਸ਼ ਦਿੰਦਾ ਹੈ। ਫਿਰ ਸਾਹਿਬ ਕਿਰਪਾ ਕਰਕੇ ਸਮਝਾਉਣਗੇ ਕਿ ਭਲਿਆ ਦੋਸ਼ ਤੇ ਤੂੰ ਉਹਨੂੰ ਦੇ ਦਿੱਤਾ, ਪਰ ਤੂੰ ਕਦੀ ਉਹਨੂੰ ਇਹ ਪੁੱਛਦਾ ਕਿ ਇਹ ਪਰਮਾਤਮਾ ਮੇਰੀ ਜ਼ਿੰਦਗੀ ਵਿੱਚ ਰੋਗ ਆਏ ਕਿਉਂ ਨੇ, ਮੇਰੀ ਜ਼ਿੰਦਗੀ ਵਿੱਚ ਦੁੱਖ ਆਇਆ ਕਿਉਂ ਹੈ। ਚੰਗਾ ਇਹ ਸੀ ਕਿ ਤੂੰ ਉਹਨੂੰ ਦੋਸ਼ ਦੇਣ ਦੀ ਥਾਂ ਉਹਨੂੰ ਇਹ ਪੁੱਛਦਾ ਕਿ ਪਾਤਸ਼ਾਹ ਤੂੰ ਤੇ ਅੰਤਰਜਾਮੀ ਹੈ, ਸਾਨੂੰ ਨਹੀਂ ਪਤਾ, ਪਰ ਤੈਨੂੰ ਪਤਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਦੁੱਖ ਕਿਉਂ ਆਇਆ। ਤੇ ਜੇ ਤੈਨੂੰ ਪਤਾ ਹੈ, ਪਹਿਲਾਂ ਮੈਨੂੰ ਇਸ ਗੱਲ ਤੋਂ ਜਾਣੂ ਕਰਵਾ, ਉਸ ਤੋਂ ਬਾਅਦ ਜਿਸ ਕਾਰਨ ਕਰਕੇ ਇਹ ਰੋਗ, ਇਹ ਦੁੱਖ, ਇਹ ਪੀੜਾ ਮੇਰੀ ਜ਼ਿੰਦਗੀ 'ਚ ਆਈ ਹੈ, ਉਹ ਕਾਰਨ ਖਤਮ ਕਰ ਦੇ। ਜਿਵੇਂ ਆਪਾਂ ਇੰਝ ਸਮਝ ਲਈਏ, ਆਪਾਂ ਡਾਕਟਰ ਦੇ ਕੋਲ ਗਏ, ਵੈਦ ਕੋਲ ਗਏ, ਉਹਨੂੰ ਨਬਜ਼ ਪਕੜਾਈ, ਉਹਨੇ ਨਬਜ਼ ਟੋਹ ਕੇ ਦੱਸ ਦਿੱਤਾ ਵੀ ਤੇਰੇ ਸਰੀਰ ਦੇ ਵਿੱਚ ਫਲਾਣਾ ਰੋਗ ਹੈ, ਤੇ ਆਪਾਂ ਇੱਕਦਮ ਭੜਕ ਕੇ ਕਹੀਏ ਵੀ ਲੈ ਡਾਕਟਰ ਨੇ ਮੈਨੂੰ ਰੋਗੀ ਕਰ ਦਿੱਤਾ। ਉਹਨੇ ਤੈਨੂੰ ਰੋਗ ਦੱਸਿਆ ਤੇ ਆਪਾਂ ਸਿਆਣੇ ਪੁਰਖ ਅੱਗੋਂ ਕੀ ਕਹਿੰਦੇ ਵੀ ਚਲੋ ਡਾਕਟਰ ਸਾਹਿਬ, ਵੈਦ ਸਾਹਿਬ, ਜੇ ਸਰੀਰ ਨੂੰ ਇਹ ਬਿਮਾਰੀ ਲੱਗ ਹੀ ਗਈ ਆ, ਕਿਵੇਂ ਲੱਗੀ ਆ? ਉਹ ਫਿਰ ਦੱਸਦਾ ਵੀ ਤੂੰ ਆਹ ਚੀਜ਼ਾਂ ਖਾਧੀਆਂ ਹੋਣਗੀਆਂ ਜਾਂ ਆਹ ਕੁਛ ਕੀਤਾ ਹੋਏਗਾ ਤਾਂ ਇਹ ਰੋਗ ਲੱਗਾ। ਤੀਜਾ ਸ਼ਬਦ ਅਸੀਂ ਕਹਿੰਦੇ ਹੁੰਦੇ ਹੁਣ ਇਹਦਾ ਇਲਾਜ ਕੀ ਹੈ, ਤੇ ਫਿਰ ਉਹ ਦੱਸਦਾ ਹੁੰਦਾ ਵੀ ਇਹਦਾ ਇਲਾਜ ਆਹ ਚੀਜ਼ ਹੈ, ਜਾਂ ਪਰਹੇਜ਼ ਇਹਦਾ ਇਲਾਜ ਹੈ, ਜਾਂ ਦਵਾਈ ਇਹਦਾ ਇਲਾਜ ਹੈ, ਜਾਂ ਐਕਸਰਸਾਈਜ਼ ਇਹਦਾ ਇਲਾਜ ਹੈ। ਇਹ ਦੋ ਚਾਰ ਗੱਲਾਂ ਜਿਹੜੀਆਂ ਉੱਥੇ ਜੁੜਦੀਆਂ। ਸਾਹਿਬ ਕਹਿੰਦੇ ਵੀ ਜੇ ਤੇਰੀ ਜ਼ਿੰਦਗੀ 'ਚ ਦੁੱਖ ਆਏ ਤੂੰ ਮਾਲਕ ਨੂੰ ਪੁੱਛਦਾ। ਜਦੋਂ ਸਿੱਖ ਨੇ ਫਿਰ ਕਮਾਈ ਵਾਲੇ ਨੇ ਮਹਾਰਾਜ ਨੂੰ ਪੁੱਛਿਆ ਵੀ ਮਹਾਰਾਜ ਇਹ ਦੁੱਖ, ਇਹ ਵਿਛੋੜਾ, ਇਹ ਸਾਰਾ ਕੁਝ ਕਿਉਂ ਹੋਇਆ, ਤਾਂ ਤੀਸਰੀ ਪੰਕਤੀ 'ਚ ਮਹਾਰਾਜ ਜੀ ਸਮਝਾਉਣਗੇ ਵੀ ਇਹਦਾ ਕਾਰਨ ਕੀ ਬਣਿਆ, ਤੂੰ ਮਾਲਕ ਦੇ ਨਾਲੋਂ ਬੇਮੁਖ ਕਿਉਂ ਹੋਇਆ। ਮਹਾਰਾਜ ਅਸੀਂ ਬੇਮੁਖ ਹੋ ਗਏ ਹਾਂ ਤੇ ਇਹਦਾ ਸਾਨੂੰ ਫਿਰ ਕੀ ਦੁੱਖ ਮਿਲੇਗਾ, ਕਿਉਂਕਿ ਇੱਕ ਦੁੱਖ ਤੇ ਅਸੀਂ ਭੋਗਦੇ ਪਏ ਹਾਂ, ਇੱਕ ਸਾਨੂੰ ਅੱਗੇ ਵੀ ਚੱਲ ਕੇ ਮਿਲਨੇ ਨੇ, ਤਾਂ ਮਹਾਰਾਜ ਉਹ ਕਿਹੜੇ ਹੋਣਗੇ। ਫਿਰ ਚੌਥੀ ਪੰਕਤੀ 'ਚ ਮਹਾਰਾਜ ਸਾਹਿਬ ਜੀ ਸਮਝਾਉਣਗੇ ਕਿ ਜਿਹੜੇ ਪਦਾਰਥਾਂ ਦੇ ਮਗਰ ਲੱਗ ਕੇ, ਜਿਹੜੇ ਪਦਾਰਥਾਂ ਨੂੰ ਭੋਗਣ ਦੇ ਵਾਸਤੇ ਤੂੰ ਕਰਤੇ ਪਰਮੇਸ਼ਰ ਨੂੰ ਵਿਸਾਰਿਆ, ਯਾਦ ਰੱਖੀ ਇਹ ਭੋਗ ਪਦਾਰਥ ਜਿਹੜੇ ਨੇ ਇੱਕ ਛਿਨ ਦੇ ਵਿੱਚ ਇਹਨਾਂ ਨੇ ਕੌੜੇ ਹੋ ਜਾਣਾ, ਇਹਨਾਂ ਨੇ ਛਿਨ ਮਾਤਰ ਦੇ ਵਿੱਚ ਤੇਰਾ ਸਾਥ ਜਿਹੜਾ ਉਹ ਛੱਡ ਦੇਣਾ। ਫਿਰ ਅੱਗੇ ਮਹਾਰਾਜ ਜੀ ਜ਼ਿਕਰ ਕਰਨਗੇ ਕਿ ਯਾਦ ਰੱਖ ਜਿਨ੍ਹਾਂ ਪਦਾਰਥਾਂ ਵਾਸਤੇ, ਜਿਨ੍ਹਾਂ ਸੰਸਾਰ ਦੇ ਲੋਕਾਂ ਵਾਸਤੇ, ਜਿਨ੍ਹਾਂ ਜੀਆਂ ਦੇ ਵਾਸਤੇ ਤੂੰ ਰੱਬ ਨੂੰ ਵਿਸਾਰਿਆ, ਯਾਦ ਰੱਖੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਨਾ ਕੋਈ ਕਰ ਸਕੈ, ਉੱਥੇ ਤੇਰੀ ਕਿਸੇ ਨੇ ਵਿਚੋਲਗੀ ਨਹੀਂ ਉਹ ਕਰਨੀ। ਫਿਰ ਅਖੀਰ ਮਹਾਰਾਜ ਜੀ ਕਿਰਪਾ ਕਰਕੇ ਸਮਝਾਉਣਗੇ ਕਿ ਇਹ ਜੀਵ ਤੇਰਾ ਕੀਤਾ ਹੋਇਆ ਕੁਛ ਨਹੀਂ ਹੋ ਸਕਦਾ ਹੁਣ, ਕਿਉਂਕਿ ਜੋ ਤੂੰ ਕਰ ਲਿਆ ਹੈ, ਉਸ ਤੋਂ ਬਾਅਦ ਜੋ ਕੁਛ ਤੈਨੂੰ ਇਹ ਪ੍ਰਾਪਤ ਹੋ ਰਿਹਾ, ਇਹ ਤੇਰੇ ਕਰਮਾਂ ਦੀ ਸਾਰੀ ਖੇਡ ਜਿਹੜੀ ਉਹ ਵਰਤਦੀ ਹੈ। ਅਖੀਰ ਪਾਤਸ਼ਾਹ ਫਿਰ ਸਮਝਾਉਣਗੇ, ਥੋੜ੍ਹਾ ਜਿਹਾ ਭਾਵਅਰਥੀ ਮੈਂ ਜ਼ਿਕਰ ਕਰ ਰਿਹਾ। ਅਖੀਰ ਮਹਾਰਾਜ ਸਮਝਾਉਣਗੇ ਕਿ ਗੁਰੂ ਦੇ ਅੱਗੇ ਅਰਦਾਸ ਕਰਿਆ ਕਰ ਕਿ ਦਾਤਾ ਤੂੰ ਬਖਸ਼ੰਦ ਹੈ, ਤੂੰ ਕਿਰਪਾਲੂ ਹੈ, ਤੂੰ ਦਿਆਲੂ ਹੈ, ਤੇਰੀ ਸ਼ਰਨ ਦੇ ਵਿੱਚ ਪਤਿਤ ਤੋਂ ਪਤਿਤ ਵੀ ਆ ਜਾਵੇ ਤੂੰ ਉਹਨੂੰ ਵੀ ਪੁਨੀਤ ਕਰ ਦੇਣਾ। ਤੇਰੀ ਸ਼ਰਨ ਵਿੱਚ ਪਾਪੀ ਤੋਂ ਪਾਪੀ ਮਨੁੱਖ ਆ ਜਾਵੇ ਤੂੰ ਉਹਦਾ ਵੀ ਉਧਾਰ ਕਰ ਦੇਣਾ। ਤੇ ਦਾਤਾ ਅਸੀਂ ਤੇ ਫਿਰ ਭਾਵੇਂ ਸਾਡੀ ਕਮਾਈ ਹੈ ਜਾਂ ਨਹੀਂ ਹੈ, ਪਰ ਇਹ ਤੇ ਸੱਚ ਹੈ ਨਾ, ਮੌਕਾ ਕੋਏ ਨਾ ਜਾਣਤ ਸਭ ਕਹੀਅਤ ਦਾਸ ਤੁਮਾਰਾ। ਭਾਵੇਂ ਸਾਡੀ ਕਮਾਈ ਬਿਲਕੁਲ ਨਾ ਹੋਵੇ, ਪਰ ਦਾਤਾ ਜੀ ਇਹ ਤੇ ਸਾਨੂੰ ਪਤਾ ਹੈ ਜਾਂ ਤੈਨੂੰ ਪਤਾ ਹੈ ਵੀ ਅਸੀਂ ਕਿੰਨੇ ਕੁ ਨਿਕੰਮੇ ਆ। ਪਰ ਜਿਵੇਂ ਸੰਸਾਰ ਦੀ ਨਿਗਾਹ ਦੇ ਸਾਹਮਣੇ ਇੱਕ ਬਾਲਕ ਜਿਹੜਾ ਹੈ ਉਹ ਭਾਵੇਂ ਕਿਸੇ ਤਰ੍ਹਾਂ ਦਾ ਵੀ ਹੈ, ਔਗਣ ਹੋਵੇ, ਗੁਣ ਹੋਣ, ਪਰ ਜਦੋਂ ਪਿਤਾ ਤੇ ਪੁੱਤ ਤੁਰੇ ਜਾਂਦੇ ਹੋਣ ਜਾਂ ਕਿਤੇ ਇਕੱਲਾ ਤੁਰਿਆ ਜਾਂਦਾ ਹੋਵੇ ਤੇ ਲੋਕ ਉਂਗਲ ਚੁੱਕ ਕੇ ਸਿੱਧਾ ਇਹ ਕਹਿੰਦੇ ਫਲਾਣੇ ਦਾ ਪੁੱਤਰ ਹੈ। ਚੰਗਾ ਜਾਂ ਮਾੜਾ ਇਹ ਨਹੀਂ ਹਾਲੇ ਬਹੁਤਾ ਦੁਨੀਆ ਨੂੰ ਪਤਾ, ਪਰ ਦੁਨੀਆ ਨਾਮ ਤੇ ਪਿਤਾ ਦਾ ਲੈਂਦੀ ਹੈ ਨਾ। ਦਾਤਾ ਅਸੀਂ ਚੰਗੇ ਜਾਂ ਮਾੜੇ, ਪਰ ਇਹ ਤੈਨੂੰ ਪਤਾ ਹੈ ਜਾਂ ਸਾਨੂੰ ਪਤਾ ਸੀ ਕੀ ਪਾਪ ਗੁਨਾਹ ਕੀਤੇ, ਪਰ ਦੁਨੀਆ ਤੇ ਇਹ ਕਹਿੰਦੀ ਹੈ ਕਿ ਗੁਰੂ ਕਾ ਸਿੱਖ ਹੈ। ਇਸ ਕਰਕੇ ਦਾਤਾ ਜੇ ਮੇਰਾ ਪਾਰ ਉਤਾਰਾ ਨਹੀਂ ਕਰੇਗਾ, ਜੇ ਮੈਨੂੰ ਸ਼ਰਨ ਆਏ ਨੂੰ ਗੱਲ ਨਹੀਂ ਲਾਏਗਾ, ਤਾਂ ਤੇਰੇ ਉੱਤੇ ਉਂਗਲਾਂ ਉੱਠਣਗੀਆਂ। ਇਸ ਕਰਕੇ ਅਖੀਰ ਮਹਾਰਾਜ ਜੀ ਇਹ ਸਮਝਾਉਣਗੇ ਕਿ ਇਸ ਕੱਤਕ ਦੇ ਮਹੀਨੇ ਵਿੱਚ ਬੰਦਗੀ ਕਰ ਤੇ ਤੇਰੇ ਸਾਰੇ ਦੁੱਖ ਜਿਹੜੇ ਉਤਰ ਜਾਣਗੇ। ਪ੍ਰਾਰੰਭਤਾ ਸੇ ਆਪਾਂ ਜ਼ਿਕਰ ਕਰ ਰਹੇ ਹਾਂ ਕੱਤਿਕ ਕਰਮ ਕਮਾਵਣੇ। ਸਭ ਕਹਿੰਦੇ ਕੱਤਿਕ ਦੇ ਮਹੀਨੇ ਵਿੱਚ ਜਿਹੜੇ ਕਰਮ ਮਨੁੱਖ ਨੇ ਕਮਾਏ ਹੋਏ ਨੇ ਪਿੱਛੇ, ਤੇ ਕੱਤਕ ਦੇ ਮਹੀਨੇ ਦੀ ਆਰੰਭਤਾ ਹੋ ਗਈ। ਦੇਖੋ ਇਸ ਮਹੀਨੇ ਦੇ ਅੰਦਰ ਸੰਸਾਰ ਦੇ ਉੱਤੇ ਨਾ ਜਦੋਂ ਵਰਨ ਵੰਡ ਹੋਈ, ਲੋਕਾਂ ਨੇ ਕਹਿ ਦਿੱਤਾ ਫਲਾਣਾ ਦਿਨ ਮਾੜਾ, ਫਲਾਣੀ ਜਾਤ ਮਾੜੀ, ਫਲਾਣਾ ਕੰਮ ਮਾੜਾ। ਇਹ ਵਰਨ ਵੰਡ ਜਦੋਂ ਕੀਤੀ ਗਈ,
ਤਾਂ ਦੁਨੀਆ ਨੇ ਵੰਡਦਿਆਂ ਇਕੱਲੇ ਦਿਨਾਂ ਨੂੰ ਹੀ ਨਹੀਂ ਵੰਡਿਆ, ਲੋਕਾਂ ਨੇ ਮਹੀਨਿਆਂ ਨੂੰ ਵੀ ਵੰਡਿਆ ਸੀ। ਆਪ ਜੀ ਪੁਰਾਣੇ ਗ੍ਰੰਥਾਂ ਨੂੰ ਕਦੀ ਪੜ੍ਹੋ, ਉੱਥੇ ਜ਼ਿਕਰ ਆਉਂਦਾ 2 ਮਹੀਨਿਆਂ ਨੂੰ। 12 ਮਹੀਨਿਆਂ ਦੇ ਵਿੱਚੋਂ 2 ਮਹੀਨਿਆਂ ਨੂੰ ਲੋਕਾਂ ਨੇ ਬਹੁਤ ਮਾੜਾ ਮੰਨਿਆ ਸੀ। ਇਹਨਾਂ 2 ਮਹੀਨਿਆਂ ਦੇ ਅੰਦਰ ਜੇ ਘਰ ਦੇ ਵਿੱਚ ਕਿਸੇ ਧੀ ਪੁੱਤ ਨੇ ਜਨਮ ਲੈ ਲੈਣਾ ਤੇ ਲੋਕ ਇੱਕ ਸ਼ਬਦ ਕਹਿੰਦੇ ਹੁੰਦੇ ਸੀ ਵੀ ਇਹ ਚੰਗਾ ਨਹੀਂ, ਇਹ ਸ਼ੁਭ ਨਹੀਂ ਹੈ। ਇਸ ਕਰਕੇ ਬਹੁਤ ਲੋਕ ਐਸੇ ਹੁੰਦੇ ਸੀ ਜਿਹੜੇ ਇਹਨਾਂ ਮਹੀਨਿਆਂ 'ਚ ਜਨਮ ਲੈਣ ਵਾਲਿਆਂ ਨੂੰ ਆਪਣੇ ਘਰੋਂ ਬਾਹਰ ਸੁੱਟ ਆਇਆ ਕਰਦੇ ਸੀਗੇ। ਪਰ ਵਾਰੇ ਜਾਈਏ ਸਾਹਿਬ ਗੁਰੂ ਨਾਨਕ ਪਾਤਸ਼ਾਹ ਤੋਂ, ਜਿਨ੍ਹਾਂ ਨੇ ਇਸ ਕੱਤਕ ਦੇ ਮਹੀਨੇ ਦੇ ਵਿੱਚ ਅਵਤਾਰ ਧਾਰਨ ਕੀਤਾ। ਇਸ ਮਹੀਨੇ ਨੂੰ ਮਹਾਰਾਜ ਨੇ ਸਫਲਿਆਂ ਕਰ ਦਿੱਤਾ। ਉਸ ਤੋਂ ਬਾਅਦ ਦੂਸਰਾ ਮਹੀਨਾ ਦੁਨੀਆ ਦੇ ਗ੍ਰੰਥਾਂ ਨੇ ਮੰਨਿਆ ਸੀ ਪੋਹ ਦਾ ਮਹੀਨਾ। ਜੇ ਆਪ ਜੀ ਨੇ ਕਦੀ ਪੜ੍ਹਿਆ ਹੋਵੇ ਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪੋਹ ਦੇ ਮਹੀਨੇ ਵਿੱਚ ਅਵਤਾਰ ਧਾਰਨ ਕਰਕੇ ਉਸ ਮਹੀਨੇ ਨੂੰ ਵੀ ਨਿਵਾਜ ਦਿੱਤਾ। ਕਈ ਵਾਰ ਇੰਜ ਲੱਗਦਾ ਕਿ ਜਿਨ੍ਹਾਂ ਨੂੰ ਭਾਵੇਂ ਉਹ ਲੋਕ ਸੀਗੇ, ਜਿਨ੍ਹਾਂ ਨੂੰ ਦੁਨੀਆ ਕਹਿੰਦੀ ਸੀ ਅਖੌਤੀ ਸ਼ੂਦਰ ਨੇ, ਅਸੀਂ ਇਹਨਾਂ ਨੂੰ ਪ੍ਰਵਾਨ ਨਹੀਂ ਕਰਦੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਭਾਈ ਲਾਲੋ ਦੇ ਘਰ ਜਾ ਕੇ ਉਸ ਸੰਸਾਰਿਕ ਤੌਰ ਤੇ ਕਹਿਣ ਵਾਲੇ ਸ਼ੂਦਰ ਨੂੰ ਵੀ ਗੁਰੂ ਨਾਨਕ ਨੇ ਨਿਵਾਜਤਾ। ਜਿਨ੍ਹਾਂ ਦਿਨਾਂ ਨੂੰ ਲੋਕ ਮਾੜਾ ਕਹਿੰਦੇ ਸੀ ਵੀ ਫਲਾਣਾ ਦਿਨ ਜਿਹੜਾ ਉਹ ਚੰਗਾ ਨਹੀਂ, ਮੰਗਲਵਾਰੇ ਲੈ ਮਾਹੀਤ, ਸਾਹਿਬ ਪਾਤਸ਼ਾਹ ਕਹਿੰਦੇ ਤੁਸੀਂ ਮੰਗਲਵਾਰ ਨੂੰ ਮਾੜਾ ਕਹਿੰਦੇ ਹੋ, ਪਰ ਮੰਗਲਵਾਰ ਦੇ ਦਿਨ ਕਦੀ ਚੌਂਕੜਾ ਮਾਰ ਕੇ ਆਪਣੇ ਆਪ ਨੂੰ ਖੋਜਿਆ ਕਰੋ, ਪਰਮੇਸ਼ਰ ਦੇ ਨਾਲ ਬਾਤ ਕਰਿਆ ਕਰੋ। 7 ਦਿਨਾਂ ਦੀ ਮਹਾਰਾਜ ਨੇ ਗੱਲ ਕਰ ਦਿੱਤੀ, ਘੜੀਆਂ ਦੀ ਗੱਲ ਕੀਤੀ, ਮਹਾਰਾਜ ਨੇ ਪਹਿਰਾਂ ਦੀ ਗੱਲ ਕੀਤੀ। ਇਹ 2 ਮਹੀਨਿਆਂ ਨੂੰ ਦੁਨੀਆ ਨੇ ਮਾੜਾ ਕਿਹਾ, ਮਹਾਰਾਜ ਨੇ 2 ਮਹੀਨਿਆਂ ਨੂੰ ਵੀ ਨਿਵਾਜ ਦਿੱਤਾ। ਤਾਂ ਸਾਹਿਬ ਕਹਿੰਦੇ ਕੱਤਿਕ ਕਰਮ ਕਮਾਵਣੇ, ਕੱਤਿਕ ਦਾ ਮਹੀਨਾ ਆਇਆ, ਤੇਰੇ ਕਰਮ ਤੇਰੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਤਾਂ ਦੋਸ਼ ਨਾ ਕਾਹੂ ਜੋਗ, ਇਹ ਭਲੇ ਮਨੁੱਖ ਕਿਸੇ ਨੂੰ ਦੋਸ਼ ਨਾ ਦਿਆ ਕਰ। ਕਿਉਂਕਿ ਸਾਹਿਬ ਦੀ ਬਾਣੀ ਅੰਦਰ ਇੱਕ ਵਚਨ ਪੜ੍ਹਦੇ ਗੁਰੂ ਨਾਨਕ ਸਾਹਿਬ ਜੀ ਦਾ, ਦੱਦਾ ਦੋਸ਼ ਨਾ ਦੇਊ ਕਿਸੈ ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ, ਕਿ ਜੋ ਮੈਂ ਕੀਤਾ ਉਹ ਮੈਂ ਪ੍ਰਾਪਤ ਕਰ ਲਿਆ। ਕਿਸੇ ਦੂਜੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਭਾਈ ਵੀਰ ਸਿੰਘ ਜੀ ਦਾ ਆਪਣੀ ਪੁਸਤਕ ਦੇ ਵਿੱਚ ਇੱਕ ਬੜਾ ਸੋਹਣਾ ਜ਼ਿਕਰ ਹੈ, ਉਹ ਬੜਾ ਇੱਥੇ ਟੁਕਦੀ ਹੈ ਗੱਲ। ਉਹ ਕਹਿੰਦੇ ਵੀ ਅੰਗੂਰ ਲਏ ਮਨੁੱਖ ਨੇ, ਤੇ ਅੰਗੂਰ ਲੈ ਕੇ ਪਰਮੇਸ਼ਰ ਨੇ ਤੇ ਖਾਣ ਵਾਸਤੇ ਦਿੱਤੇ ਸੀ, ਅੰਗੂਰ ਸੰਤਰੇ ਆਦਿਕ ਫਲ ਜਿਹੜੇ ਨੇ। ਮਨੁੱਖ ਨੇ ਕੀ ਕੀਤਾ, ਵੇਲ ਦੇ ਨਾਲੋਂ ਅੰਗੂਰ ਤੋੜੇ ਤੇ ਘਰੇ ਜਾ ਕੇ ਉਹਨਾਂ ਨੂੰ ਭਾਂਡੇ ਵਿੱਚ ਪਾਇਆ। ਉਸ ਤੋਂ ਬਾਅਦ ਸਾਰੀ ਪ੍ਰਕਿਰਿਆ ਦੇ ਵਿੱਚੋਂ ਦੀ ਉਹਨਾਂ ਨੂੰ ਲਗਾਇਆ ਤੇ ਉਹਦੀ ਸ਼ਰਾਬ ਕੱਢ ਲਈ, ਉਹਦੀ ਦਾਰੂ ਬਣਾ ਦਿੱਤੀ। ਉਸ ਤੋਂ ਬਾਅਦ ਜਦੋਂ ਉਹਨੇ ਪੀ ਲਈ, ਦੌਰਾ ਭੌਰਾ ਹੋ ਗਿਆ, ਤੇ ਕਿਸੇ ਦਾਨੇ ਸਿਆਣੇ ਨੇ ਕਿਹਾ ਵੀ ਤੂੰ ਆਹ ਕੀ ਕੀਤਾ ਈ? ਤੇ ਅੱਗੋਂ ਬਣਾ ਸਵਾਰ ਕੇ ਕਹਿੰਦਾ ਵੀ ਮੇਰਾ ਕੋਈ ਦੋਸ਼ ਨਹੀਂ ਆ। ਤੇ ਉਹ ਕਹਿੰਦਾ ਵੀ ਦੋਸ਼ ਤਾਂ ਤੇਰਾ ਹੀ ਆ ਵੀ ਤੂੰ ਸ਼ਰਾਬ ਬਣਾਈ ਤੇ ਇਹਨੂੰ ਪੀਤਾ। ਉਹ ਕਹਿੰਦਾ ਨਹੀਂ ਮੇਰਾ ਕੋਈ ਦੋਸ਼ ਨਹੀਂ, ਰੱਬ ਨਾਲ ਗੱਲ ਕਰੋ, ਪਰਮਾਤਮਾ ਨਾਲ ਗੱਲ ਕਰੋ, ਉਹਨੇ ਅੰਗੂਰ ਬਣਾਏ ਨੇ। ਜੇ ਉਹ ਅੰਗੂਰ ਨਾ ਬਣਾਉਂਦਾ ਸ਼ਰਾਬ ਨਾ ਬਣਦੀ। ਦੋਸ਼ ਪਰਮੇਸ਼ਰ ਨੂੰ ਦੇ ਦਿੱਤਾ। ਪਰ ਉੱਥੇ ਭਾਈ ਵੀਰ ਸਿੰਘ ਬੜਾ ਸੋਹਣਾ ਖੁਲਾਸਾ ਕਰਕੇ ਕਹਿੰਦੇ ਵੀ ਰੱਬ ਨੇ ਤੇ ਤੈਨੂੰ ਖਾਣ ਵਾਸਤੇ ਦਿੱਤੇ ਸੀ, ਤੇਰੀ ਸੁਵਿਧਾ ਵਾਸਤੇ ਦਿੱਤੇ ਸੀ, ਤੈਨੂੰ ਸੰਸਾਰ 'ਤੇ ਭੇਜਿਆ, ਉਹਨੇ ਸੋਹਣੇ ਫਲ ਦਿੱਤੇ ਤੇਰੇ ਵਾਸਤੇ, ਇਹ ਉਹਦੀਆਂ ਸੌਗਾਤਾਂ ਸੀ। ਤੇ ਉਹਦੀਆਂ ਸੌਗਾਤਾਂ ਨੂੰ ਹੀ ਤੂੰ ਗਲਤ ਪਾਸੇ ਵਰਤਣ ਲੱਗ ਪਵੇਂ ਤੇ ਇਹਦੇ 'ਚ ਰੱਬ ਦਾ ਕੋਈ ਦੋਸ਼ ਨਹੀਂ ਹੁੰਦਾ। ਜੋ ਸਾਡੀ ਜ਼ਿੰਦਗੀ ਅੰਦਰ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਸਾਹਿਬ ਪਾਤਸ਼ਾਹ ਕਹਿੰਦੇ ਦੋਸ਼ ਨਾ ਕਾਹੂ ਜੋਗ। ਇੱਕ ਛੋਟੀ ਜਿਹੀ ਘਟਨਾ ਮੇਰੇ ਖਿਆਲ ਆਈ। ਇੱਕ ਦਿਨ ਇਹ ਕਿਤਾਬ ਪੜ੍ਹ ਰਿਹਾ ਸੀ, ਉਹਦੇ ਵਿੱਚ ਇੱਕ ਜ਼ਿਕਰ ਆਇਆ ਵੀ ਇੱਕ ਐਸਾ ਹੀ ਮਨੁੱਖ ਸੀ, ਚਲੋ ਉਹ ਬਹੁਤ ਵੱਡਾ ਦਾਨੀ ਸੀ ਸੰਸਾਰੀ ਤੌਰ 'ਤੇ, ਬੜਾ ਵੱਡਾ ਉਹ ਦਾਨੀ। ਉਹਨੇ ਦਾਨ ਕਰਨਾ ਤੇ ਦਾਨ ਕਰਕੇ ਉਹਨੇ ਲੋਕਾਂ ਦੇ ਵਿੱਚ ਵਡਿਆਈ ਦੀ ਭੁੱਖ ਰੱਖਣੀ, ਵਡਿਆਈ ਦੀ ਲਾਲਸਾ ਰੱਖਣੀ ਵੀ ਆਹ ਦਾਨ ਮੈਂ ਕੀਤਾ, ਆਹ ਦਾਨ ਲੋਕੀ ਮੇਰੀ ਵਡਿਆਈ ਕਰਨ, ਲੋਕੀ ਮੈਨੂੰ ਵਾਹ ਵਾਹ ਕਰਨ। ਸਮਾਂ ਆਪਣੀ ਚਾਲੇ ਚੱਲਦਾ ਗਿਆ, ਸਮੇਂ ਦਾ ਚੱਕਾ ਜਿਹੜਾ ਸੀ ਉਹ ਘੁੰਮਦਾ ਗਿਆ। ਇੱਕ ਵਾਰ ਐਸਾ ਹੋਇਆ ਕਿ ਉਹਦੇ ਹੱਥੋਂ ਕਿਸੇ ਗਾਂ ਦਾ ਕਤਲ ਹੋ ਗਿਆ। ਜਿਵੇਂ ਕਹਿ ਲਓ ਵੀ ਗਾਂ ਕਿਤੇ ਉਹਦੀ ਦੁਕਾਨ 'ਤੇ ਆ ਗਈ, ਬਾਣੀਆਂ ਸੀ, ਦੁਕਾਨ 'ਤੇ ਆਈ, ਪਤਾ ਨਹੀਂ ਉਹਦੇ ਮਨ ਵਿੱਚ ਕੀ ਆਇਆ, ਕਿਸ ਗੱਲੋਂ ਕਲਪਿਆ ਸੀ, ਕਿਸ ਝਗੜਾ ਸੀ, ਕਿਹੜਾ ਉਹਦੇ ਮਨ ਵਿੱਚ ਗੁੱਸਾ ਸੀ। ਉਹਨੇ ਕੋਈ ਚੀਜ਼ ਚੁੱਕੀ ਉਹਨੂੰ ਭਜਾਉਣ ਵਾਸਤੇ, ਜਦੋਂ ਜ਼ੋਰ ਦੀ ਉਹਦੇ ਸਿਰ ਵਿੱਚ ਮਾਰੀ ਤੇ ਥਾਂ 'ਤੇ ਗਾਂ ਮਰ ਗਈ। ਹੁਣ ਲੋਕਾਂ ਨੇ ਆ ਕੇ ਉਹਨੂੰ ਘੇਰਿਆ ਵੀ ਤੂੰ ਗਾਂ ਮਾਰ ਦਿੱਤੀ ਆ, ਤੂੰ ਐਡੀ ਵੱਡੀ ਗਊ ਹੱਤਿਆ ਕਰ ਦਿੱਤੀ। ਤੇ ਉਹ ਕਹਿੰਦਾ ਵੀ ਮੈਂ ਥੋੜ੍ਹੀ ਮਾਰੀ ਆ। ਤੇ ਉਹ ਕਹਿੰਦੇ ਵੀ ਸਾਡੀਆਂ ਅੱਖਾਂ ਸਾਹਮਣੇ ਤੂੰ ਮਾਰੀ। ਉਹ ਕਹਿੰਦਾ ਵੀ ਮੈਂ ਨਾ ਥੋੜ੍ਹੇ ਦਿਨ ਪਹਿਲਾਂ ਕਥਾ ਸੁਣਨ ਗਿਆ ਸੀ ਮੰਦਿਰ ਦੇ ਵਿੱਚ, ਤੇ ਉੱਥੇ ਪੰਡਿਤ ਜੀ ਜ਼ਿਕਰ ਕਰਦੇ ਸੀ ਵੀ ਸਾਡੇ ਸਾਰੇ ਸਰੀਰ ਦੇ ਜਿਹੜੇ ਇੰਦਰੇ ਨੇ, ਇਹਨਾਂ ਵੱਖ-ਵੱਖ ਇੰਦਰੀਆਂ ਦੇ ਵਿੱਚ ਵੱਖ-ਵੱਖ ਦੇਵਤਿਆਂ ਦਾ ਵਾਸ ਹੈ। ਵੀ ਪੈਰਾਂ ਦੇ ਵਿੱਚ ਫਲਾਣਾ ਦੇਵਤਾ ਰਹਿੰਦਾ, ਮੁੱਖ ਵਿੱਚ ਬ੍ਰਹਮਾ ਰਹਿੰਦਾ, ਹੱਥਾਂ ਦੇ ਵਿੱਚ ਇੰਦਰ ਦੇਵਤਾ ਰਹਿੰਦਾ। ਕਹਿੰਦਾ ਮੈਂ ਕਥਾ ਸੁਣੀ ਸੀ ਤੇ ਮੈਂ ਹੁਣ ਤੁਹਾਡੀ ਕਥਾ 'ਚੋਂ ਤੁਹਾਨੂੰ ਜਵਾਬ ਦੇਣਾ ਵੀ ਤੁਹਾਡਾ ਪੰਡਿਤ ਕਹਿੰਦਾ ਸੀ, ਵਿਦਵਾਨ ਕਹਿੰਦਾ ਸੀ ਵੀ ਹੱਥਾਂ ਵਿੱਚ ਇੰਦਰ ਦਾ ਵਾਸ ਹੈ। ਤੇ ਕਹਿੰਦਾ ਫਿਰ ਗਾਂ ਮੈਂ ਥੋੜ੍ਹੀ ਮਾਰੀ, ਗਾਂ ਤੇ ਇੰਦਰ ਨੇ ਮਾਰੀ ਹੈ,
क्योंकि हत्थां विच इंद्र बैठा होया ते गां हत्थां ने मारी दा मतलब इंद्र देवते ने मारी, मेरा तो इहदे च कोई दोष नहीं हैगा। तो कहानीकार बड़ी सोहनी गल लिखदा, कहंदा भी परमेश्वर भगवान इंद्र ने सोचिया भी ये तो बड़ा चलाक निकलिया, आप मार के ते ना सीधा मेरा लाता भी मारी इंद्र ने आ। हुण इहदा कोई ना कोई हल कढ़ना पएगा, इनू सज़ा भी देनी पएगी, इनू मत भी देनी पएगी। कहंदे वो भगवान ने एक ब्राह्मण का रूप धारण किया ते रूप धारण करके उस दानी दे कोल आया ते उहदे कोल आ करके दान जिहड़ा सी लिया। जिवें वो लोकां नूं वंडदा पिया सी इवें वो ब्राह्मण भी उहदे अगे खड़ा हो गया। हुण लोक उहदे तो दान लैंदे सी ते उहदी वाहवा करदे सी भी बड़ा भला, बड़ा दानी, बड़ा कुछ वंडदा है। कहंदे जदों ब्राह्मण अगे होया, इंद्र अपना रूप बदलिया अगे होया ते उस दानी ने जदों उहनूं दान दिता ते उहने उहदी कोई वडियाई ना कीती। ते हुण दानी दी वडियाई ना होवे ते माफ़ करिओ उहदे लई सब तो वड्डा दुख ही ये हुंदा भी उहने कुछ दिता होवे ते उहदी अनाउंसमेंट ना होवे। सब तो वड्डा दुख ही उहदे लई ये है। वो कहंदा भी सारे मेरी वडियाई करदे, तूं क्यों नहीं बोलिया? वो कहंदा भी मैं तेरी कादी वडियाई करां? कहंदा मैं तैनूं दान दिता है, मैं तैनूं वस्तुआं दित्तियां, मेरी वडियाई कर, मेरा धन्नवाद कर, थैंक्स कर। वो कहंदा नहीं नहीं बिल्कुल नहीं करांगा, दान ते तेरे हत्थां ने दिता है ना, तूं थोड़ी दिता है। तो कहंदा भी हत्थ भी तां मेरे ही ने। तो कहानीकार बड़ी सोहनी गल लिखदा, कहंदा भी उस वेले इंद्र ने प्रगट होके कहा भी जे हत्थ तेरे आ ते आ जा फिर इधर नूं तैनूं सज़ा देनी। कहंदा भी सज़ा कादी? कहंदा जिस दिन गां मारी सी उस दिन भी तू कहा सी भी इन्हां हत्थां च इंद्र है, जे अज इन्हां हत्थां च इंद्र देवता है तो फिर दान करता तू नहीं, ते जे अज इन्हां हत्थां दे नाल दान करता तू है तो फिर गऊ दा कतल करता भी तू है, इस करके सज़ा तैनूं ही मिलेगी। भाव बंदा कई बार घुमा फिरा के सारी गल रब ते सुट्टदा है कि नहीं जी मैं कुछ नहीं किया, ये तो परमेश्वर ने इंज कर दिता, परमेश्वर ने इंज करा दिता। बाबा फरीद साहब जी एक बचन कहते, फरीदा जिन्नी कमी नाहे गुण ते कमड़े विसार, मत शर्मिंदा थी वही साईं दे दरबार। कि जिन्ना कम्मां विच कोई गुण नहीं आना वो कम्मां नूं जिंदगी चों विसार दे, क्योंकि कल नूं जो रब नूं दोष देगा, फलाने नूं दोष देगा, पर याद रखी जो मैं किया सो मैं पाया, दोष ना दीजै अवर जना। तो ਸਾਹਿਬ ਪਾਤਸ਼ਾਹ ਇੱਥੇ ਕਹਿੰਦੇ ਦੋਸ਼ ਨਾ ਕਾਹੂ जोग, ਕਿਸੇ ਹੋਰ ਨੂੰ ਦੋਸ਼ ਦੇਣਾ ਉਹ ਜਿਹੜਾ जोग नहीं है। दूजा ਕਿਸੇ ਨੂੰ ਦੋਸ਼ ਦੇਣ ਦੇ जोग ना बन कि मैं फलाने ते सारी गल सुट के ਜਿਹੜਾ ਉਹ बच जावांगा, ਜਿਹੜੇ कर्म तू कमाए ने उन्हां दा दोष ਜਿਹੜਾ ਉਹ तेरे सिर आएगा। जिस ਸਾਹਿਬ ਦੀ बाणी अंदर एक बचन पढ़ते हाँ कि एक जिमीदार ने किसान ने ਜਿਹੜੀਆਂ ਉਹ ਦਾਖਾਂ ਬੀਜੀਆਂ ਹੁਣ ਬਸ਼ੌਰ ਦੇਰ ਦੀਆਂ ਉਹ ਦਾਖਾਂ ਭਾਲਦਾ ਹੋਵੇ ਤੇ ਕਿੱਕਰ ਬੀਜੇ ਹੋਣ, ਕੰਡੇ ਉਹਨੇ ਬੀਜੇ ਹੋਣ ਤੇ ਭਾਲਦਾ ਹੋਵੇ ਬਜ਼ੌਰ ਦੇਸ਼ ਦੀਆਂ ਦਾਖਾਂ। ਜਿਵੇਂ ਸਿੱਧੀ ਜੀ ਉਦਾਹਰਨ ਆਪਾਂ ਲੈ ਲਈਏ, ਕਣਕ ਬੀਜੀ ਤੇ ਕੋਈ ਬੰਦਾ ਖੇਤ ਵਿੱਚ ਜਾ ਕੇ ਕਵੇ ਕਿ ਹੁਣ ਮੈਂ ਝੋਨਾ ਵੱਢ ਕੇ ਲੈ ਕੇ ਆਉਣਾ, ਤਾਂ ਲੋਕ ਉਹਦੇ ਤੇ ਹੱਸਣਗੇ ਵੀ ਮੂਰਖਾ ਬੀਜੀ ਕਣਕ ਸੀ, ਝੋਨਾ ਨਹੀਂ ਵੱਢਿਆ ਜਾਏਗਾ। ਜੋ ਕਵੇ ਮੈਂ ਮੱਕੀ ਵੱਢ ਕੇ ਲੈ ਆਵਾਂਗਾ, ਨਹੀਂ ਤੂੰ ਕਣਕ ਬੀਜੀ ਸੀ, ਤੇਰੇ ਪੱਲੇ 'ਚ ਕਣਕ ਹੀ ਪਵੇਗੀ। ਇਸ ਕਰਕੇ ਸਾਹਿਬ ਪਾਤਸ਼ਾਹ ਕਹਿੰਦੇ ਦੋਸ਼ ਨਾ ਕਾਹੂ जोग, ਕਿਸੇ ਦੂਜੇ ਨੂੰ ਦੋਸ਼ ਜਿਹੜਾ ਉਹ जोग नहीं है, ਜੋ ਤੂੰ ਕੀਤਾ ਉਹਦਾ ਫਲ ਤੈਨੂੰ ਪ੍ਰਾਪਤ ਹੋਵੇਗਾ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਸਾਹਿਬ ਕਹਿੰਦੇ ਇਹ ਸਾਰੇ ਰੋਗ ਜਿਹੜੇ ਨੇ ਨਾ, ਜੇ ਕਦੀ ਤੂੰ ਮਹਾਰਾਜ ਨੂੰ ਪੁੱਛੇ ਵੀ ਮਹਾਰਾਜ ਇਹ ਰੋਗ ਲੱਗੇ ਕਿਉਂ ਮੈਨੂੰ, ਆ ਜਿਹੜੇ ਵੱਖ-ਵੱਖ ਰੋਗ ਤੈਨੂੰ ਸਰੀਰ ਕਰਕੇ ਲੱਗਦੇ, ਮਨ ਕਰਕੇ ਲੱਗਦੇ, ਸਾਹਿਬ ਕਹਿੰਦੇ ਪਰਮੇਸ਼ਰ ਤੇ ਭੁੱਲਿਆ। ਜਦੋਂ ਤੈਨੂੰ ਭੁੱਲ ਜਾਂਦਾ ਉਦੋਂ ਵਿਆਪਨ ਸਭੇ ਰੋਗ। ਕਿਹੜੇ ਕਿਹੜੇ ਰੋਗ ਨੇ? ਦੇਖੋ ਆਸਾ ਕੀ ਵਾਰ 'ਚ ਅਸੀਂ ਇੱਕ ਬਚਨ ਪੜ੍ਹਦੇ ਹਾਂ, ਸਾਰੀਆਂ ਬਿਮਾਰੀਆਂ ਨਾਲੋਂ ਸਭ ਤੋਂ ਭਿਆਨਕ ਬਿਮਾਰੀ ਇੱਕ ਸੰਸਾਰ 'ਤੇ, ਭਾਵੇਂ ਕਿ ਆਪਾਂ ਅੱਜ ਗਿਣਤੀ ਜਦੋਂ ਕਰਦੇ ਆਪਾਂ ਕਿਤੇ ਕਰੋਨਾ ਆਇਆ ਸੀ ਕਿਹਾ ਵੀ ਕਰੋਨਾ ਸਭ ਤੋਂ ਖਤਰਨਾਕ ਬਿਮਾਰੀ ਹੈ ਜੀ, ਕਿਤੇ ਸੰਸਾਰ 'ਤੇ ਚਲੋ ਨਾ ਕੀ ਲੈਣਾ, ਵੱਖ-ਵੱਖ ਬਿਮਾਰੀਆਂ, ਕੋਈ ਕੈਂਸਰ ਹੈ, ਕੋਈ ਕੁਛ ਹੈ, ਆਪਾਂ ਕਹਿੰਦੇ ਫਲਾਣੀ ਬਿਮਾਰੀ ਬੜੀ ਭੈੜੀ, ਫਲਾਣੀ ਬਿਮਾਰੀ ਸਭ ਤੋਂ ਭੈੜੀ, ਇਹ ਅੱਜ ਆਈਆਂ। पर इस धरती के उत्ते एक ऐसा रोग है, एक ऐसी बीमारी है जिहड़ी शुरू तो सब तो वड्डी है ते अज भी वो सब तो वड्डी है। भावें किड्डे किड्डे रोग जन्म लै जाण, बीमारी फिर भी सब तो वड्डी रहेगी। हैरान होवोगे किहड़ी बीमारी? तासा की वार च महाराज कहंदे हौमै दीर्घ रोग है। हौमै दा रोग सब तो वड्डा रोग है, इस तो वड्डा रोग ना कोई अज तक पैदा होया ते ना होवेगा। तां ਸਾਹਿਬ ਪਾਤਸ਼ਾਹ कहंदे रोग कदों लगदा है? जदों परमेश्वर ते भुल्लिया। ਸਾਹਿਬ ਦਾ ਇੱਕ ਵਚਨ ਪੜ੍ਹਦੇ ਹੋ, ਹਰ ਬਿਸਰਤ ਸਦਾ ਖੁਆਰੀ। ਜਦੋਂ ਹਰੀ ਵਿਸਰ ਜਾਂਦਾ ਹੈ ਨਾ ਉਦੋਂ ਜ਼ਿੰਦਗੀ 'ਚ ਖੁਆਰੀਆਂ, ਪੀੜਾ,
दुख तकलीफां जिहड़ियां अपने आप जन्म लै लैंदियां, पर महाराज ने नाल ही साडा इलाज करदियां कहा, तां कहो धोखा कहाँ व्यापै, जां कहो ओट तुहारी। कि महाराज ये खवारियां ये धक्के उन्हां नूं ने ਜਿਹੜੇ ਰਾਹ ਤੋਂ ਖੁੰਝ ਜਾਂਦੇ ਨੇ। ਜਿਵੇਂ ਆਪਾਂ ਕਈ ਵਾਰ ਦੇਖਦੇ ਹਾਂ, ਕੋਈ ਗੱਡੀ ਜਾ ਰਹੀ ਰੋਡ ਦੇ ਉੱਤੇ ਤਾਂ ਬਿਲਕੁਲ ਸਿੱਧੀ ਚੱਲੀ ਜਾ ਰਹੀ, ਧਿਆਨ ਨਾਲ ਚਲਾ ਰਿਹਾ ਡਰਾਈਵਰ, ਮੰਜ਼ਿਲ ਤੱਕ ਪਹੁੰਚ ਗਿਆ, ਤੇ ਜਿਹੜਾ ਬੇਧਿਆਨੇ ਜਿਹੜਾ ਰਸਤੇ ਤੋਂ ਖੁੰਝ ਗਿਆ, ਜਾਂ ਤਾਂ ਉਹ ਕੱਚੇ ਲੈ ਗਿਆ, ਪੈਲੀਆਂ ਦੇ ਵਿੱਚ ਟੋਇਆਂ ਟਿੱਬਿਆਂ ਦੇ ਵਿੱਚ ਡਿੱਗੇਗਾ, ਜਾਂ ਫਿਰ ਕਿਸੇ ਉਜਾੜ ਬੀਆਬਾਨ ਨੂੰ ਤੁਰ ਪਵੇਗਾ। ਜਿਹੜਾ ਮਾਰਗ ਤੋਂ ਖੁੰਝ ਗਿਆ, ਜਿਹੜਾ ਰਸਤਾ ਭੁੱਲ ਗਿਆ, ਉਹਦੀ ਜ਼ਿੰਦਗੀ ਵਿੱਚ ਫਿਰ ਭਟਕਣਾ ਹੀ ਭਟਕਣਾ। ਦੁੱਖ ਹੀ ਦੁੱਖ ਹੈ। ਕਈ ਵਾਰ ਕੀ ਹੁੰਦਾ ਹੈ, ਛੋਟੀ ਜਿਹੀ ਇੱਕ ਉਦਾਹਰਨ ਦੇਵਾਂ, ਆਪਾਂ ਕਈ ਵਾਰ ਕਿਸੇ ਬਗਾਨੇ ਸ਼ਹਿਰ ਗਏ ਹੋਈਏ, ਜਾਂ ਚਲੋ ਕਿਸੇ ਇਮਾਰਤ ਕਿਸੇ ਸਰਕਾਰੀ ਦਫ਼ਤਰ ਜਾਣਾ ਹੋਵੇ, ਤੇ ਕਈ ਵਾਰ ਕੀ ਹੁੰਦਾ, ਆਪਾਂ ਉਸੇ ਬਿਲਡਿੰਗ ਦੇ ਇਰਦ ਗਿਰਦ ਘੁੰਮਦੇ ਫਿਰਦੇ ਹੁੰਦੇ ਆ। ਥੋੜ੍ਹਾ ਜਿਹਾ ਗਲੀ ਭੁੱਲ ਗਈ ਤੇ ਆਪਾਂ ਉਹਦੇ ਲਾਗੇ ਛਾਗੇ ਕਦੀ ਇੱਧਰਲੀ ਗਲੀ ਵੜ ਜਾ, ਕਦੀ ਇੱਧਰਲੀ ਗਲੀ ਵੜ ਜਾ। 10-15 ਮਿੰਟ ਭੌਣ ਤੋਂ ਬਾਅਦ, ਘੁੰਮਣ ਤੋਂ ਬਾਅਦ ਆਪਾਂ ਕਿਸੇ ਨੂੰ ਪੁੱਛਦੇ ਹਾਂ ਵੀ ਭਾਈ ਸਾਹਿਬ ਜੀ ਆਹ ਐਡਰੈਸ ਹੈ ਤੇ ਮੈਂ ਫਲਾਣੇ ਦਫ਼ਤਰ ਜਾਣਾ, ਤੇ ਉਹ ਕਹਿੰਦਾ ਵੀ ਆਹ ਜਿਹੜੀ ਕੰਧ ਦੇ ਕੋਲ ਤੂੰ ਖੜਾ ਹੋਇਆ ਨਾ, ਇਹ ਉਹੀ ਕੰਧ ਆ, ਬਸ ਗੱਲ ਇਹ ਆ ਵੀ ਇਹਦਾ ਦਰਵਾਜ਼ਾ ਉੱਧਰਲੀ ਗਲੀ 'ਚ ਸੀਗਾ। ਤੇ ਆਪਾਂ ਕਹਿੰਦੇ ਲੈ ਉੱਧਰੋਂ ਤੇ ਮੈਂ ਹੁਣੇ ਲੰਘ ਕੇ ਆਇਆ, ਪਰ ਮੈਨੂੰ ਪਤਾ ਹੀ ਨਹੀਂ ਲੱਗਾ। ਪਤਾ ਤੈਨੂੰ ਤਾਂ ਨਹੀਂ ਲੱਗਾ ਕਿਉਂਕਿ ਤੇਰਾ ਧਿਆਨ ਨਹੀਂ ਸੀ, ਤੂੰ ਰਸਤਾ ਖੁੰਝ ਗਿਆ। ਹੁਣ ਐਸਾ ਰਸਤਾ ਖੁੰਝਿਆ ਵੀ ਤੂੰ ਉਹਦੇ ਨੇੜੇ ਨੇੜੇ ਹੀ ਗਲੀਆਂ 'ਚ ਘੁੰਮੀ ਜਾ ਰਿਹਾ, ਦੂਰ ਨਹੀਂ ਹੈਗਾ ਤੂੰ। ਬਸ ਇਹੀ ਹੈ, ਜਦੋਂ ਪਰਮੇਸ਼ਰ ਤੋਂ ਭੁੱਲਦੇ ਆ ਨਾ, ਉਦੋਂ ਅਸੀਂ ਰਹਿੰਦੇ ਪਰਮਾਤਮਾ ਦੇ ਇਰਦ ਗਿਰਦ ਹੀ ਹਾਂ, ਪਰ ਫਰਕ ਇੰਨਾ ਕੁ ਪੈਂਦਾ ਵੀ ਚੱਕਰ ਵੀ ਉਹਦੇ ਵਿੱਚ ਐਸੇ ਫਸੇ ਹੁੰਦੇ, ਅਸੀਂ ਮੁੱਖ ਦਰਵਾਜ਼ੇ ਨੂੰ ਛੱਡ ਕੇ ਆਸੇ ਪਾਸੇ ਦੇ ਦਰਵਾਜ਼ਿਆਂ ਦੀਆਂ ਗਲੀਆਂ ਵਿੱਚ ਪਾਉਂਦੇ ਆ। ਤਾਂ ਸਹਿਬ ਪਾਤਸ਼ਾਹ ਇੱਥੇ ਇਹ ਸਮਝਾ ਕੇ ਕਹਿੰਦੇ, ਪਰਮੇਸ਼ਰ ਤੇ ਭੁੱਲਿਆ ਹਰ ਬਿਸਰਤ ਸਦਾ ਖੁਆਰੀ। ਜਿਨ੍ਹਾਂ ਨੂੰ ਹਰੀ ਵਿਸਰ ਗਿਆ, ਉਹਨਾਂ ਨੂੰ ਸਦਾ ਖੁਆਰੀਆਂ ਹੀ ਖੁਆਰੀਆਂ ਨੇ। ਤਾਂ ਵਿਆਪਣ ਸਭੇ ਰੋਗ। ਦੇਖੋ ਰੋਗਾਂ ਦੀ ਗੱਲ ਕਰਾਂ, ਵੈਸੇ ਤੇ ਬਹੁਤ ਨੇ, ਪਰ ਸਾਹਿਬ ਬਾਣੀ ਦੇ ਵਿੱਚ 4 ਰੋਗਾਂ ਦੀ ਗੱਲ ਕੀਤੀ, ਜਿਨ੍ਹਾਂ ਨੂੰ ਮਹਾਰਾਜ ਨੇ ਮੁੱਖ ਰੂਪ ਦੇ ਵਿੱਚ ਗਿਣਿਆ। ਆਪ ਜੀ ਕਈ ਦਫਾ ਉਹ ਸ਼ਬਦ ਸਰਵਨ ਕੀਤਾ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਸਾਹਿਬ ਪਾਤਸ਼ਾਹ ਕਹਿੰਦੇ ਵੀ ਇਹ ਦੁੱਖ ਨੇ। ਤੇ ਦੁੱਖ ਕੀ ਹੈ? ਦੁੱਖ ਰੋਗ ਹੈ ਬਹੁਤ ਵੱਡਾ ਜ਼ਿੰਦਗੀ 'ਚ। ਜ਼ਰੂਰੀ ਨੇ ਸਰੀਰ ਨੂੰ ਬਿਮਾਰੀ ਲੱਗੀ ਹੋਵੇ ਤੇ ਰੋਗ ਹੈ, ਬੰਦਾ ਦੁਖੀ ਹੋਵੇ ਤੇ ਉਹ ਵੀ ਬੜਾ ਵੱਡਾ ਦੁੱਖ ਵੀ ਤਾਂ ਇੱਕ ਰੋਗ ਹੈ ਆਪਣੇ ਆਪ ਦੇ ਵਿੱਚ। ਤੇ ਸਾਹਿਬ ਕਹਿੰਦੇ ਸਾਰੇ ਦੇ ਸਾਰੇ ਰੋਗ ਜਿਹੜੇ ਨੇ, ਇਹ ਦੁੱਖ ਜਿਹੜੇ ਨੇ ਕਿਉਂ ਆਉਂਦੇ ਨੇ? ਜਦੋਂ ਪਰਮੇਸ਼ਰ ਤੇ ਭੁੱਲਿਆ, ਰੱਬ ਤੋਂ ਮਨੁੱਖ ਦੂਰ ਹੁੰਦਾ, ਉਹਦੇ ਤੋਂ ਮੁਨਕਰ ਹੋ ਜਾਂਦਾ। ਸਭੇ ਰੋਗ, ਇੱਕ ਰੋਗ ਦੀ ਗੱਲ ਨਹੀਂ ਕੀਤੀ। ਸਾਹਿਬ ਪਾਤਸ਼ਾਹ ਕਹਿੰਦੇ ਤੈਨੂੰ ਕਾਮ ਵੀ ਸਤਾਏਗਾ, ਤੈਨੂੰ ਕ੍ਰੋਧ ਵੀ ਸਤਾਏਗਾ, ਤੈਨੂੰ ਲੋਭ ਵੀ ਸਤਾਏਗਾ, ਹਉਮੈ ਹੰਕਾਰ ਸਾਰੇ ਜਿਹੜੇ ਹਨ ਉਹ ਤੈਨੂੰ ਸਤਾਉਣਗੇ। ਤਾਂ ਅੱਗੇ ਮਹਾਰਾਜ ਕਿਰਪਾ ਕਰਕੇ ਕਹਿ ਰਹੇ ਨੇ, ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਜਿਹੜੇ ਉਸ ਰਮੇ ਹੋਏ ਰਾਮ ਪਰਮੇਸ਼ਰ ਤੋਂ ਵੇਮੁਖ ਹੋ ਗਏ, ਉਹਨਾਂ ਨੂੰ ਜਨਮਾਂ ਜਨਮਾਤਰਾਂ ਦਾ ਵਿਛੋੜਾ ਜਿਹੜਾ ਉਹ ਵਿਆਪਦਾ। ਹਾਲਾਂਕਿ ਕੁਝ ਉਹ ਸਰੀਰ ਨੇ ਜਿਨ੍ਹਾਂ ਨੂੰ ਵਿਛੋੜੇ ਦਾ ਅਹਿਸਾਸ ਹੋ ਜਾਂਦਾ, ਕੁਝ ਉਹ ਸਰੀਰ ਨੇ ਜਿਨ੍ਹਾਂ ਨੂੰ ਵਿਛੜ ਕੇ ਵੀ ਪਤਾ ਨਹੀਂ ਲੱਗਦਾ ਵੀ ਅਸੀਂ ਪਰਮੇਸ਼ਰ ਨਾਲੋਂ ਵਿਛੜੇ ਹਾਂ। ਦੇਖੋ ਵਿਛੜੇ ਤੇ ਅਸੀਂ ਤਕਰੀਬਨ ਸਾਰੇ ਹੀ ਹਾਂ। ਕੋਈ ਇੱਕ ਅੱਧ ਨਾਏ ਰਸੀੜਾ ਕਾ ਵਿਰਲੇ ਜਾਏ ਉੱਠੀ, ਕਮਾਈ ਵਾਲਾ ਹੋਵੇਗਾ ਉਹਦੇ ਚਰਨਾਂ 'ਤੇ ਸਿੱਜਦਾ, ਪਰ ਬਹੁਤਾਂਤ ਦੇ ਵਿੱਚ ਅਸੀਂ ਪਰਮੇਸ਼ਰ ਨਾਲੋਂ ਵਿਛੜੇ ਹਾਂ। ਪਰ ਮੈਂ ਕਈ ਦਫਾ ਕਹਿੰਦਾ ਕਿ ਸਾਨੂੰ ਵਿਛੋੜੇ ਦਾ ਕਦੀ ਅਹਿਸਾਸ ਹੋਇਆ, ਕਦੀ ਪਤਾ ਲੱਗਾ ਵੀ ਅਸੀਂ ਵਿਛੜੇ ਹੋਏ ਹਾਂ? ਇਹਦਾ ਇੱਕ ਕਾਰਨ ਹੈ। ਜਿਵੇਂ ਬੱਚਾ ਮੇਲੇ ਦੇ ਵਿੱਚ ਚੱਲਦਿਆਂ ਹੋਇਆਂ ਆਪਣੇ ਪਿਤਾ ਦੀ ਉਂਗਲ ਛੱਡ ਦੇ, ਤੇ ਕਦੀ ਤੁਸੀਂ ਇਹ ਨਹੀਂ ਵੇਖਿਆ ਹੋਵੇਗਾ ਵੀ ਜਿਵੇਂ ਉਹਨੇ ਉਂਗਲ ਛੱਡੀ ਉਸੇ ਵੇਲੇ ਹੀ ਰੋਣ ਲੱਗ ਗਿਆ। ਨਹੀਂ, 5, 7, 10 ਮਿੰਟਾਂ ਬਾਅਦ ਜਾ ਕੇ ਉਹਨੇ ਰੋਣਾ ਸ਼ੁਰੂ ਕੀਤਾ। ਕਾਰਨ ਕੀ ਹੈ? ਜੇ ਉਸੇ ਵੇਲੇ ਉਹ ਰੋ ਪੈਂਦਾ ਤੇ ਫਿਰ ਉਹਦਾ ਵਿਛੋੜਾ ਨਹੀਂ ਸੀ। ਉਂਗਲ ਛੱਡਦੇ ਸਾਰ ਉਦੋਂ ਨਹੀਂ ਉਹ ਰੋਇਆ। 5, 7 ਮਿੰਟਾਂ ਬਾਅਦ, 10 ਮਿੰਟਾਂ ਬਾਅਦ, ਕਈ ਵਾਰ ਅੱਧੇ ਘੰਟੇ ਬਾਅਦ ਉਹਨੇ ਰੋਣਾ ਸ਼ੁਰੂ ਕੀਤਾ। ਉਹਦਾ ਕਾਰਨ, ਜਦੋਂ ਉਹਨੇ ਉਂਗਲ ਛੱਡੀ, ਉਹ ਬਾਜ਼ਾਰ ਦੇ ਉਸ ਮੇਲੇ ਦੇ ਖਿਡੌਣਿਆਂ, ਉਹਨਾਂ ਦੁਕਾਨਾਂ ਨੂੰ ਵੇਖਣ ਦੇ ਵਿੱਚ ਪਰਚ ਗਿਆ। ਜਿੰਨਾ ਚਿਰ ਉਹ ਦੁਕਾਨਾਂ ਵੇਂਦਾ ਰਿਹਾ, ਖਿਡੌਣੇ ਵੇਂਦਾ ਰਿਹਾ, ਮਠਿਆਈਆਂ ਖਾਂਦਾ ਰਿਹਾ, ਉਹਨਾਂ ਚਿਰ ਨਹੀਂ ਉਹਨੂੰ ਪਤਾ ਲੱਗਾ ਮੈਂ ਵਿਛੜਿਆ। ਤੇ ਜਦੋਂ ਕਿਤੇ ਮਾੜਾ ਜਿਹਾ ਧਿਆਨ ਪਛਾਣ ਨੂੰ ਗਿਆ ਵੀ ਮੈਂ ਜਿਹਦੇ ਨਾਲ ਤੁਰਿਆ ਆਉਂਦਾ ਸੀ ਉਹ ਕਿੱਥੇ ਆ, ਜਦੋਂ ਪਤਾ ਲੱਗਾ ਵੀ ਪਿਓ ਦੀ ਉਂਗਲ ਤਾਂ ਮੇਰੇ ਹੱਥ 'ਚ ਹੈ ਹੀ ਨਹੀਂ, ਉਸ ਵਕਤ ਉਹਨੂੰ ਖਿਡੌਣੇ ਵੀ ਭੁੱਲ ਗਏ, ਉਹਨੂੰ ਦੁਕਾਨਾਂ ਵੀ ਭੁੱਲ ਗਈਆਂ, ਉਹਨੂੰ ਝੂਲੇ ਵੀ ਭੁੱਲ ਗਏ, ਉਹਨੂੰ ਸਭ ਕੁਝ ਭੁੱਲ ਗਿਆ, ਉਹਨੇ ਰੋਣਾ ਸ਼ੁਰੂ ਕਰਤਾ। ਇਹੀ ਹਾਲਤ ਸਾਡੀ ਤੁਹਾਡੀ ਹੈ। ਜਿੰਨਾ ਚਿਰ ਤੇ ਸਾਨੂੰ ਸੰਸਾਰ ਦੇ ਰੌਣਕ ਮੇਲੇ ਦਿਸਦੇ ਪਏ ਨੇ, ਉਂਗਲ ਸਾਰਿਆਂ ਨੇ ਛੱਡੀ ਹੋਈ ਆ,
ਜਿੰਨਾ ਚਿਰ ਇਹ ਰੌਣਕ ਮੇਲੇ ਦਿਸਦੇ ਨੇ ਉਨਾ ਚਿਰ ਕੋਈ ਚੇਤਾ ਨਹੀਂ ਵੀ ਅਸੀਂ ਕਿਸੇ ਦਾ ਲਾੜ, ਕਿਸੇ ਦੀ ਉਂਗਲ ਫੜ ਕੇ ਵੀ ਤੁਰਦੇ ਪਏ ਸੀਗੇ। ਜਿਹਦੇ ਉੱਤੇ ਮਾਲਕ ਕਿਰਪਾ ਕਰ ਦੇਵੇ ਉਹਦਾ ਧਿਆਨ ਇਸ ਮੇਲੇ ਤੋਂ ਥੋੜ੍ਹਾ ਜਿਹਾ ਪਛਾਣ ਨੂੰ ਹਟ ਜੇ, ਪਿੱਛੇ ਨੂੰ ਨਿਗਾਹ ਚਲੀ ਜਾਏ ਵੀ ਮੇਰੇ ਨਾਲ ਵੀ ਹੈਗਾ ਸੀ ਕੋਈ ਜਿਹੜਾ ਮੈਨੂੰ ਇਸ ਮੇਲੇ ਤੱਕ ਲੈ ਕੇ ਆਇਆ, ਸਾਡੇ ਨਾਲ ਕੋਈ ਹੈ ਜਿਹੜਾ ਸਾਨੂੰ ਇਸ ਸੰਸਾਰ ਤੱਕ ਲੈ ਕੇ ਆਇਆ, ਨਹੀਂ ਤੇ ਕੌਣ ਲੈ ਕੇ ਆ ਸਕਦਾ ਸੀ। ਇਹ ਨਹੀਂ ਵੀ ਮਾਂ ਨੇ ਜਨਮ ਦਿੱਤਾ ਤੇ ਅਸੀਂ ਸੰਸਾਰ ਤੇ ਆਏ ਹਾਂ, ਮਾਤ ਗਰਭ ਦੇ ਅੰਦਰ ਵੀ ਜਿਹੜਾ ਸਾਡੇ ਅੰਦਰ ਆਤਮ ਸਰੂਪ ਹੋ ਕੇ ਬੈਠਾ ਸੀ ਉਹ ਸਾਡੇ ਨਾਲ ਹੈ। ਜਦੋਂ ਕਿਤੇ ਪਿੱਛੇ ਨੂੰ ਧਿਆਨ ਜਾਏਗਾ ਵੀ ਕੋਈ ਐਸਾ ਹੈ ਜਿਹੜਾ ਮੈਨੂੰ ਇੱਥੋਂ ਤੱਕ ਲੈ ਕੇ ਆਇਆ ਤੇ ਹੁਣ ਮੇਰਾ ਉਹਦੇ ਨਾਲ ਵਿਛੋੜਾ ਪੈ ਗਿਆ, ਉਸ ਦਿਨ ਨਾ ਇਹ ਸੰਸਾਰ ਚੰਗਾ ਲੱਗੇਗਾ, ਨਾ ਸੰਸਾਰ ਦੇ ਪਦਾਰਥ, ਨਾ ਸੰਸਾਰ ਦੇ ਰੌਣਕ ਮੇਲੇ, ਕੱਖ ਵੀ ਜਿਹੜਾ ਉਹ ਚੰਗਾ ਨਹੀਂ ਲੱਗਦਾ। ਤਾਂ ਸਹਿਬ ਪਾਤਸ਼ਾਹ ਇੱਥੇ ਇਹ ਕਹਿੰਦੇ ਨੇ ਜਿਹੜੇ ਪਰਮੇਸ਼ਰ ਤੋਂ ਵਿਮੁਖ ਹੋ ਜਾਂਦੇ ਨੇ ਉਹਨਾਂ ਨੂੰ ਜਨਮਾਂ ਜਨਮਾਂਤਰਾਂ ਦੇ ਵਿਛੋੜੇ। ਸਾਡੇ ਸਾਹਮਣੇ ਭਾਈ ਮਹਾਂ ਸਿੰਘ ਦਾ ਜੀਵਨ ਆਉਂਦਾ ਹੈ। ਦੇਖੋ ਕਮਾਈ ਵਾਲੇ ਕੁਝ ਕੁ ਗੁਰਸਿੱਖਾਂ ਦੀਆਂ ਉਦਾਹਰਨਾਂ ਮਿਲਦੀਆਂ ਜਿਨ੍ਹਾਂ ਨੂੰ ਸਾਹਿਬ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਜਾਂ ਹਜ਼ੂਰ ਦੀ ਗੋਦ ਵਿੱਚ ਆਪਣਾ ਮੁਬਾਰਕ ਸਰੀਰ ਰੱਖ ਕੇ ਅਖੀਰਲਾ ਸਾਹ ਲੈਣ ਦਾ ਸਮਾਂ ਮਿਲਿਆ। ਜਿਸ ਤਰ੍ਹਾਂ ਮੈਂ ਪਿੱਛੇ ਵੀ ਗੁਰੂ ਨਾਨਕ ਸਾਹਿਬ ਦੇ ਜੀਵਨ 'ਚ ਕੁਝ ਦਿਨ ਪਹਿਲਾਂ ਜ਼ਿਕਰ ਕੀਤਾ ਸੀ, ਬੜੇ ਬੜੇ ਐਸੇ ਗੁਰਸਿੱਖ, ਗਿਣਤੀ ਉਹਨਾਂ ਦੀ ਬਹੁਤੀ ਨਹੀਂ, ਪਰ ਉਹਨਾਂ ਨੂੰ ਅਖੀਰਲਾ ਸਮਾਂ ਨਸੀਬ ਹੋਇਆ ਸੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੀ ਗੋਦ ਸੀ ਤੇ ਉਹਨਾਂ ਦਾ ਅਖੀਰਲਾ ਸਾਹ ਸੀ, ਜਿਨ੍ਹਾਂ ਵਿੱਚ ਭਾਈ ਮਰਦਾਨਾ ਜੀ ਦਾ ਜ਼ਿਕਰ ਵੀ ਮੈਂ ਕੀਤਾ ਸੀ, ਰਾਏ ਬੁਲਾਰ ਦਾ ਜ਼ਿਕਰ ਵੀ ਆਉਂਦਾ ਹੈ, ਹਜ਼ੂਰ ਦੇ ਭੈਣ ਮਾਤਾ ਨਾਨਕੀ ਜੀ ਦਾ, ਭੈਣ ਨਾਨਕੀ ਜੀ ਦਾ ਜ਼ਿਕਰ ਆਉਂਦਾ ਹੈ, ਹਜ਼ੂਰ ਦੇ ਭਾਈਆ ਜੈ ਰਾਮ ਜੀ ਦਾ ਜ਼ਿਕਰ ਆਉਂਦਾ ਹੈ। ਜਦੋਂ ਅਸੀਂ ਹੋਰ ਵੀ ਅੱਗੇ ਚੱਲ ਕੇ ਦੇਖਦੇ ਹਾਂ ਤਾਂ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਦੇ ਕੋਲ ਕਦੀ ਬਾਬਾ ਬੁੱਢਾ ਸਾਹਿਬ ਜੀ ਸਰੀਰ ਸੰਕੋਚਦੇ ਪਏ ਨੇ, ਕਦੀ ਹਜ਼ੂਰ ਪਾਤਸ਼ਾਹ ਜੀ ਦੇ ਕੋਲ ਭਾਈ ਗੁਰਦਾਸ ਜੀ ਸਰੀਰ ਸੰਕੋਚਦੇ ਨੇ, ਕਦੀ ਨੌਵੇਂ ਜਾਮੇ ਦੇ ਵਿੱਚ ਇੱਧਰ ਸੰਗਰੂਰ ਵਾਲੇ ਪਾਸੇ ਜਾਈਏ ਭਾਈ ਮੁਗਲੂ ਜੀ ਦਾ ਸਥਾਨ ਹੈ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਮਹਾਰਾਜ ਦੇ ਸਮੇਂ ਜੰਗ ਦੇ ਵਿੱਚ ਬੜੀ ਵੱਡੀ ਸੇਵਾ ਨਿਭਾਈ ਸੀ। ਤੇ ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ, ਮਹਾਰਾਜ ਨੇ ਉਹਨਾਂ ਨੂੰ ਪੁੱਛਿਆ ਸੀ ਭਾਈ ਮੁਗਲੂ ਮੰਗ ਕੀ ਮੰਗਦਾ, ਤੇ ਉਹਨੇ ਕਿਹਾ ਸੀ ਮਹਾਰਾਜ ਇੱਕੋ ਹੀ ਮੰਗ ਹੈ ਕਿ ਜਦੋਂ ਮੈਂ ਅਖੀਰਲਾ ਸਾਹ ਲਵਾਂ ਪਾਤਸ਼ਾਹ ਜੀ ਤੁਹਾਡੀ ਗੋਦ ਹੋਵੇ ਤੇ ਮੇਰਾ ਸਿਰ ਹੋਵੇ। ਇਹ ਜ਼ਿੰਦਗੀ 'ਚ ਸਭ ਤੋਂ ਵੱਡੀ ਮੰਗ ਹੋਵੇ ਸਾਡੀ, ਪਾਤਸ਼ਾਹ ਤੁਹਾਡੀ ਗੋਦ ਤੇ ਮੇਰਾ ਸਿਰ ਹੋਵੇ। ਹਜ਼ੂਰ ਪਾਤਸ਼ਾਹ ਨੇ ਕਿਹਾ ਸੀ ਫਿਰ ਕੋਈ ਗੱਲ ਨਹੀਂ, ਨੌਵੇਂ ਜਾਮੇ ਦੇ ਵਿੱਚ ਖੇਡ ਵਰਤਾਵਾਂਗੇ। ਨੌਵੇਂ ਜਾਮੇ ਤੱਕ ਭਾਈ ਮੁਗਲੂ ਜਿਹੜਾ ਸੀ ਮਹਾਰਾਜ ਦੀ ਉਡੀਕ ਵਿੱਚ ਰਿਹਾ, ਅਖੀਰ ਬਿਮਾਰ ਹੋਇਆ ਤੇ ਮੁੱਕਦੀ ਗੱਲ ਬਹੁਤ ਜ਼ਿਆਦਾ ਸਰੀਰ ਦੇ ਉੱਤੋਂ ਜਦੋਂ ਘਰਦਿਆਂ ਨੇ ਉਮੀਦ ਲਾ ਦਿੱਤੀ, ਇਹ ਬਾਹਰ ਦਾ ਦਰਵਾਜ਼ਾ ਖੋਲ੍ਹ ਕੇ ਰੱਖਦਾ ਸੀ ਤੇ ਘਰਦਿਆਂ ਨੇ ਕਿਹਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਸ਼ਾਇਦ ਹੀ ਆਉਣ, ਪਰ ਤੇਰੇ 1-2 ਸਾਹ ਬਾਕੀ ਰਹਿ ਗਏ। ਕਹਿੰਦਾ ਦਰਵਾਜ਼ਾ ਖੁੱਲ੍ਹਾ ਰੱਖਿਓ, ਜੇ ਮੇਰੇ ਮਹਾਰਾਜ ਨੇ ਬਚਨ ਕੀਤਾ, ਵਾਅਦਾ ਕੀਤਾ ਤੇ ਗੁਰੂ ਜਿਹੜਾ ਉਹ ਸੂਰਬੀਰ ਬਚਨ ਕੇ ਬਲੀ, ਗੁਰੂ ਬਚਨ ਦਾ ਬੜਾ ਪੂਰਾ ਜੇ। ਦਰਵਾਜ਼ਾ ਖੁੱਲ੍ਹਾ ਰਿਹਾ। ਕਹਿੰਦੇ ਇੰਨੀ ਕੁ ਉਮੀਦ ਲਾ ਦਿੱਤੀ ਸੀ ਘਰਦਿਆਂ ਨੇ ਵੀ ਬਸ ਹੁਣ ਇਹਨੂੰ ਬੈੱਡ ਤੋਂ ਥੱਲੇ ਰੱਖ ਲਓ ਕਿਉਂਕਿ ਹੁਣ ਇਹਦੇ ਆਖਰੀ ਸਾਹ ਨੇ। ਇੰਨੀ ਦੇਰ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੇ ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਆਏ ਤੇ ਇਤਿਹਾਸ ਕਹਿੰਦਾ ਮਹਾਰਾਜ ਇੱਕਦਮ ਘੋੜੇ ਤੋਂ ਥੱਲੇ ਉਤਰਦੇ ਨੇ, ਨਾ ਕਿਸੇ ਨੂੰ ਮਿਲੇ ਨਾ ਕਿਸੇ ਵੱਲ ਵੇਖਿਆ ਤੇ ਉੱਚੀ ਆਵਾਜ਼ ਵਿੱਚ ਕਹਿ ਰਿਹਾ ਸੀ ਮੁਗਲੂ ਮੈਂ ਆ ਗਿਆ ਵਾ। ਇਹਨਾਂ ਸ਼ਬਦ ਕਹਿੰਦਿਆਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ ਗਏ ਤੇ ਮਹਾਰਾਜ ਨੇ ਇਹਦਾ ਸੀਸ ਜਿਹੜਾ ਸੀ ਆਪਣੀ ਗੋਦ ਵਿੱਚ ਲੈ ਲਿਆ, ਇਹਦਾ ਸਿਰ ਆਪਣੀ ਗੋਦ ਵਿੱਚ ਲਿਆ, ਇਹਦੇ ਨੇਤਰ ਖੁੱਲੇ ਤੇ ਉਤਾਂ ਨੂੰ ਵੇਖਦਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਇਲਾਹੀ ਦਰਸ਼ਨ ਹੋਏ ਤੇ ਪਾਤਸ਼ਾਹ ਕਹਿੰਦੇ ਮੁਗਲੂ ਤੇਰੇ ਨਾਲ ਵਾਅਦਾ ਕੀਤਾ ਸੀਗਾ ਮੈਂ ਆ ਗਿਆ, ਹੁਣ ਤੂੰ ਜਾ ਸਕਦਾ। ਇਹਨੇ ਫਿਰ ਮਹਾਰਾਜ ਦੀ ਗੋਦ ਵਿੱਚ ਅਖੀਰਲਾ ਸਾਹ ਲਿਆ ਸੀ। ਤਾਂ ਭਾਵ ਇੱਥੇ ਜਿਹੜੀ ਗੱਲ ਚੱਲਦੀ ਵੇਮੁਖ ਹੋਏ ਰਾਮ ਤੇ। ਤਾਂ ਹੁਣ ਮੈਂ ਇੱਕ ਜ਼ਿਕਰ ਕਰਾਂ, ਜਦੋਂ ਭਾਈ ਮਹਾਂ ਸਿੰਘ ਦਾ ਜੀਵਨ ਸਾਡੇ ਸਾਹਮਣੇ ਹੈ, ਜਦੋਂ ਭਾਵੇਂ ਚਲੋ ਕੋਈ ਕਿਤੇ ਬੇਦਾਵੇ ਦੀ ਜ਼ਿਕਰ ਕਰਦਾ ਹੈ, ਕੋਈ ਅਨੰਦਪੁਰ ਸਾਹਿਬ ਜ਼ਿਕਰ ਕਰਦਾ, ਕੋਈ ਅੱਗੇ ਚੱਲ ਕੇ ਜ਼ਿਕਰ ਕਰਦਾ, ਪਰ ਇਸ ਗੱਲ ਨੂੰ ਤੇ ਅਸੀਂ ਸਾਰੇ ਹੀ ਮੰਨਦੇ ਹਾਂ ਨਾ ਕਿ ਉਹਨਾਂ ਨੇ ਬੇਦਾਵਾ ਦਿੱਤਾ ਸੀ, ਮਹਾਰਾਜ ਨਾਲੋਂ ਵਿਛੋੜਾ ਹੋਇਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਗੋਦ ਵਿੱਚ ਭਾਈ ਮਹਾਂ ਸਿੰਘ ਦਾ ਸੀਸ ਹੈ ਤੇ ਮਹਾਰਾਜ ਕਹਿੰਦੇ ਮਹਾਂ ਸਿੰਘਾ ਮੰਗ ਕੀ ਮੰਗਦਾ ਹੈ? ਤੇ ਉਹਨੇ ਇੱਕ ਹੀ ਸ਼ਬਦ ਕਿਹਾ ਸੀ ਪਾਤਸ਼ਾਹ ਮੈਂ ਸੱਚਖੰਡ ਦੇ ਦਰਵਾਜ਼ੇ ਤੇ ਖੜਾ ਹੋਇਆ ਤੇ ਉੱਥੇ ਬਾਹਰ ਇੱਕ ਤਖਤੀ ਲੱਗੀ ਹੋਈ ਹੈ ਕਿ ਤੁਸੀਂ ਗੁਰੂ ਤੋਂ ਦੂਰ ਹੋਏ, ਤੁਸੀਂ ਬੇਮੁਖ ਹੋ, ਤੁਸੀਂ ਅੰਦਰ ਨਹੀਂ ਆ ਸਕਦੇਗੇ। ਦਾਤਾ ਕਮਾਈ ਬਹੁਤ ਹੋਈ, ਤੇਰੇ ਦੀਦਾਰ ਵੀ ਕੀਤੇ, ਤੇਰੀ ਸੇਵਾ ਵੀ ਕੀਤੀ, ਪਰ ਦਾਤਾ ਜੀ ਹੁਣ ਉਹ ਤਖਤੀ ਨਹੀਂ ਅੰਦਰ ਜਾਣ ਦਿੰਦੀ, ਕਿਰਪਾ ਕਰ ਸਾਡਾ ਬੇਦਾਵਾ ਪਾੜ ਦੇ। ਮੈਂ ਅੱਗੇ ਇੱਕ ਦਿਨ ਸ਼ਾਇਦ ਜ਼ਿਕਰ ਕੀਤਾ ਹੋਵੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਨੇਤਰਾਂ ਵਿੱਚ ਕਦੀ ਜਲ ਨਹੀਂ ਸੀ ਆਇਆ, ਕਦੀ ਵੀ। ਭਾਵੇਂ ਆਨੰਦਪੁਰ ਨੂੰ ਕੂਚ ਕੀਤਾ, ਆਨੰਦਪੁਰ ਨੂੰ ਛੱਡਿਆ ਮਹਾਰਾਜ ਨੇ, ਕੋਈ ਨੇਤਰਾਂ ਵਿੱਚ ਜਲ ਨਹੀਂ। ਭਾਵੇਂ ਮਹਾਰਾਜ ਦੀਆਂ ਅੱਖਾਂ ਸਾਹਮਣੇ ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ, ਮਹਾਰਾਜ ਦੇ ਨੇਤਰਾਂ ਵਿੱਚ ਕੋਈ ਜਲ ਨਹੀਂ। ਭਾਵੇਂ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਮਿਲੀ,
महाराज के नेत्रां विच कोई जल नहीं। एक दो दफ़ा इतिहास ने लिखिया महाराज की अखां विच पानी आया सी, पता कित्थे, जदों राए कल्ले दे कोल महाराज ने साहिबजादियां दी खबर सुनी सी, छोटे साहिबजादियां दी, भी उन्हां नूं किवें शहीद किया गया, किवें सूबा सरहंद ने उन्हां ते कहर ढाया, किवें जलादा ने उन्हां दे नाल सारा कुछ किया। सारा कुछ सुनदियां सुनदियां महाराज काई दा बूटा पटदे पए सी, पर जदों बूटा भी डिग्गिया उत्थे इतिहास लिखदे कवि राज रतन सिंह भंगू जी ने शाम नूं पंथ प्रकाश की कथा हुंदी उहदे च लिखिया महाराज दे नेत्रां विचों नीर डिग्गिया। ते कोल खड़े सिख हैरान हो के महाराज नूं पुछदे ने कि महाराज तुसीं भी डोल गए? साहिब पातशाह कहंदे नहीं, मेरियां अखां सामने साहिबजादे वड्डे शहीद होए, मेरियां तो उदों अखां च पानी नहीं आया। तो महाराज हुण खबर सुन के अखां च पानी आ गया? साहिब कहंदे नहीं, साहिबजादियां दी शहीदी की खबर सुन के मेरियां अखां च पानी नहीं आया। असल विच दुख तो इस गल का होया कि जदों मेरे साहिबजादियां नूं शहीद किया गया, उस सरहंद दे विच किन्ने सिख वसदे सीगे। उन्होंने अपना फर्ज ना पछाणिया, उन्होंने कोई हा दा नारा ना मारिया, कोई अगाह ना होए। उन्होंने साहिब दे घर दा लूण खादा सी, वो अगाह होके सूबा सरहंद अगे डटे ना। उन्होंने सच नूं वेख के, ये नहीं कि मेरे साहिबजादियां नूं बचाया क्यों नहीं है। महाराज कहते मैनूं इस गल का कोई रोस नहीं, रोस इस गल का है कि मेरा सिख जिहड़ा वो सच दे सामने छाती डाह के खड़ जाता है। मेरा सिख जिहड़ा वो जुल्म का विरोध करता है, तो मेरा सिख जिहड़ा वो कदी भी अन्याय नहीं होण दिंदा। सब कहंदे मैनूं इस गल का दुख लगा भी उत्थे इन्ने मेरे सिख खड़े होए सी, किसी ने इस सच का साथ ना दिता, किसी ने जुल्म का विरोध ना किया, कोई इस अन्याय के खिलाफ किसी ने आवाज़ ना उठाई। मैं इस तरह के सिख थोड़ी पैदा किए सी। महाराज नूं सिखां दे उत्ते तरस आया सी ते महाराज दे अखां च पानी आ गया सी। जां फिर इतिहास लिखदा है भाई महा सिंह दे महाराज ने जदों इस तरह सारी वार्तालाप हुंदी सी, उस वक्त कुछ इतिहासकारां लिखिया उस वक्त महाराज दे नेत्रां विच जल आया सी भाई महा सिंह नूं देख के। तां उस वक्त महाराज साहब जी ने बेदावा पाड़िया ते महा सिंह कहंदा सी दाता जे बेदावा नहीं पाड़ेगा तो कई जन्म भी असी तेरे नाल मिल नहीं सकांगे। इसलिए साहब गुरु अर्जन देव महाराज जी भी इत्थे कह रहे हैं वे मुख होए राम ते लगन जन्म विजोग। जिहड़ा एक बार परमेश्वर तो बेमुख हो गया उन्होंने फिर इस जन्म की गल छड्डो, कई जन्मां दा दुख जिहड़ा खास करके विछोड़े का दुख जिहड़ा वो व्यापदा है। फिर अगे साहब कृपा करदे खिन महे कौड़े होए गए जितड़े माया भोग। परमेश्वर तो असी बेमुख क्यों ने आ? जदों असी उन्हां भाई महा सिंह ते 40 सिंघां दा भी जिक्र पढ़ते हैं, परमेश्वर तो बेमुख होने का कारण की? महाराज भुख सताउंदी पई है, नहीं बर्दाश्त हुंदी, ये दुख नहीं बर्दाश्त हुंदा, असी तैनूं छड्ड के जा रहे हैं। तो कमाल की गल है हजूर पातशाह जी दे चलो उस घटना च बड़ियां ऐसियां गल्लां ने। महाराज ने उन्होंने तुरन लग्या जदों आपां कहने ये लिख के दो कि तुसीं साडे गुरु नहीं ते असीं तुहाडे सिख नहीं, उन्होंने वो भी सारा कुछ लिख के दिता। बड़ियां बड़ियां गल्लां महाराज दी उत्थे होईयां उन्हां नाल। पर मैं सिर्फ ये जिक्र करदा जदों असीं परमेश्वर तो बेमुख हुंदे आ साडे सामने साडा स्वार्थ खड़ा हुंदा है। बिना स्वार्थ तो आपां कदी किसी नूं नहीं छड्डदे। याद रखियो माँ प्यो नूं भी जे कोई बच्चा छड्डदा है तां कोई स्वार्थ उहदे सामने खड़ा हुंदा है, भावें वो बाद विच झूठा ही जापदा है, सच प्रतीत हो जाता बाद विच भी जो मैं समझदा सी ये ऐसा निकलिया नहीं। जिहदे पिछे मैं माँ प्यो नूं बिरध आश्रम छड्ड आया बनी वो भी नहीं मेरी, बाद विच समझ आउंदी है, पर एक बार लगदा हुंदा है भी यही मेरा सब कुछ है। याद रखियो जिंदगी दे विच ना एक ऐसा दौर आउंदा है मनुख दी, हर एक दी जिहड़ा जवानी नूं पार करदा होवे। एक ऐसा समा हुंदा है मनुख दी जिंदगी विच जिथे उहनूं लगदा हुंदा है कि मेरे सज्जन मित्र मेरे दोस्त मेरे फ्रेंड जिहड़े ने ये मेरे माँ प्यो तो भी वध के सियाणे ने। एक ऐसा समा आउंदा है मनुख दी जिंदगी जिहनूं असीं जवानी कहने आ। उत्थे बंदे ने कोई सलाह लैनी होवे ना वो अपने दोस्तां तो सलाह लैंदा है, माँ प्यो तो नहीं सलाह लैंदा हुंदा, भावें किन्ने पढ़े लिखे माँ प्यो होण। जवानी दे दौर विच गुजरदा होया बच्चा उदों कहंदा भी मेरे माँ प्यो तो भी मेरे दोस्त वध के सियाणे ने। हर सलाह अपने दोस्तां तो लएगा, हर एक गल अपने दोस्तां नाल शेयर करदा है, पर बाद विच समा आउण ते पता लगदा भी सारे ही झूठे सी। कहण दा भाव जदों असीं किसे नूं छड्डदे आ, भावें माँ प्यो नूं छड्डीए, भावें गुरु नूं छड्डीए, भावें किसी खास रिश्ते नूं छड्डीए, असीं सामने कुछ मुख रख के ही छड्डदे आ। जदों असीं परमेश्वर तो बेमुख होए आ तां इहदा कारण की?
ਸਾਹਿਬ ਕਹਿੰਦੇ ਨੇ ਇਹ ਮਾਇਆ ਦੇ ਭੋਗ ਪਦਾਰਥ ਜਿਹੜੇ ਸੀ ਸਾਡੇ ਸਾਹਮਣੇ ਆ ਗਏ। ਤਾਂ ਨਾਲ ਹੀ ਹਜੂਰ ਪਾਤਸ਼ਾਹ ਕਹਿੰਦੇ ਇਹ ਜਿੰਨਾ ਪਿੱਛੇ ਤੂੰ ਛੱਡਿਆ ਖਿੰਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਜਿਹਨੂੰ ਹਜੂਰ ਪਾਤਸ਼ਾਹ ਦੀ ਬਾਣੀ ਅੰਦਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਜਾਂ ਫਿਰ ਸਾਹਿਬ ਦੀ ਬਾਣੀ ਅੰਦਰ ਇੱਕ ਬਚਨ ਪੜ੍ਹਦੇ ਹਾਂ ਕਿ ਸਾਰੇ ਦੇ ਸਾਰੇ ਪਦਾਰਥ ਜਿਹੜੇ ਸੀ ਕਿ ਇਹ ਖਿੰਨ ਮਾਤਰ ਦੇ ਅੰਦਰ ਕੌੜੇ ਹੋ ਗਏ। ਕਦੋਂ ਕੌੜੇ ਹੋਏ? ਇੱਕ ਤਾਂ ਦੇਖੋ ਜਦੋਂ ਅਸੀਂ ਸੰਸਾਰ ਤੋਂ ਤੁਰਨ ਲੱਗਦੇ ਹਾਂ ਸਾਰਾ ਕੁਝ ਹੀ ਮਿੱਠਾ ਲੱਗਦਾ ਸੀ ਨਾ, ਪਰ ਉਦੋਂ ਸਾਰਾ ਕੁਝ ਹੀ ਜ਼ਹਿਰ ਤਰ੍ਹਾਂ ਲੱਗਦਾ ਹੈ। ਉਦੋਂ ਲੱਗਦਾ ਵੀ ਬਸ ਜ਼ਿੰਦਗੀ ਮਿਲ ਜੇ ਆ ਸਾਰਾ ਕੁਝ ਛੱਡਣ ਵਾਸਤੇ ਤਿਆਰ ਆ, ਪਰ ਉਦੋਂ ਸਭ ਝੂਠਾ, ਉਦੋਂ ਕੱਖ ਵੀ ਪੱਲੇ ਵਿੱਚ ਨਹੀਂ ਪੈਂਦਾ। ਜਾਂ ਫਿਰ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਜਿਨ੍ਹਾਂ ਪਦਾਰਥਾਂ ਨੂੰ ਮਿੱਠੇ ਕਰ ਕਰਕੇ ਖਾਧਾ ਸੀ, ਭਾਵੇਂ ਉਹ ਵਾਸ਼ਨਾ ਸੀ, ਭਾਵੇਂ ਉਹ ਭੋਗ ਸੀਗੇ ਤੇ ਭਾਵੇਂ ਉਹ ਖਾਣ ਵਾਲੇ ਪਦਾਰਥ ਸੀ, ਅੱਗੇ ਜਾ ਕੇ ਜਦੋਂ ਲੇਖਾ ਹੋਇਆ ਕੌੜਾ ਉਪਜਿਆ ਸਾਧ, ਉਹਨਾਂ ਦਾ ਸਵਾਦ ਫਿਰ ਕੌੜਾ ਨਿਕਲ ਆਇਆ, ਕਿਉਂਕਿ ਉਹਨਾਂ ਕਰਕੇ ਸਾਰੀਆਂ ਸਜ਼ਾਵਾਂ ਮਿਲੀਆਂ। ਤਾਂ ਸਾਹਿਬ ਪਾਤਸ਼ਾਹ ਕਹਿੰਦੇ ਪਰਮੇਸ਼ਰ ਤੇ ਭੁੱਲਣ ਦੇ ਨਾਲ ਖਿੰਨ ਮੈਂ ਕੌੜੇ ਹੋਏ ਗਏ। ਇੱਕ ਛਿੰਨ ਦੇ ਵਿੱਚ ਇਹ ਮਾਇਆ ਦੇ ਭੋਗ ਪਦਾਰਥ ਜਿਹੜੇ ਨੇ ਉਹ ਕੌੜੇ ਹੋ ਜਾਂਦੇ ਨੇ। ਕਿਉਂ? ਕਿਉਂਕਿ ਇਹ ਜੀਵਨ ਦੇ ਵਿੱਚ ਦੁੱਖ ਦਿੰਦੇ ਹਨ। ਅੱਗੇ ਸਾਹਿਬ ਪਾਤਸ਼ਾਹ ਕਹਿੰਦੇ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ਼ ਐ ਭਲੇ ਜੀਵ। ਇੱਕ ਗੱਲ ਪੱਲੇ ਬੰਨ ਲਾ ਆਪਣੇ, ਸੰਸਾਰ ਤੇ ਕੋਈ ਤੇਰੀ ਵਿਚੋਲਗੀ ਕਰ ਸਕਦਾ, ਦੁਨੀਆ ਕਰਦੀ ਵੀ ਹੈ, ਇਹ ਸੱਚ ਹੈ। ਕੋਈ ਵੀ ਗੱਲ ਹੋਵੇ ਚਾਰ ਵਿਚੋਲੇ ਵਿੱਚ ਖੜੇ ਹੋ ਜਾਂਦੇ ਨੇ। ਰਿਸ਼ਤੇ ਦੀ ਗੱਲ ਹੋਵੇ ਕਈ ਵਿਚੋਲੇ ਬਣ ਜਾਂਦੇ। ਵੈਸੇ ਕੋਈ ਗੱਲਬਾਤ ਹੋ ਜੇ ਕਈ ਲੋਕ ਵਿਚੋਲੇ ਬਣਦੇ। ਵਿਚੋਲਾ ਇਕੱਲਾ ਵਿਆਹ 'ਚ ਹੀ ਨਹੀਂ ਹੁੰਦਾ। ਤੁਸੀਂ ਕੋਈ ਕੰਮ ਕਰਾਉਣਾ ਹੋਵੇ ਤਾਂ ਆਪਾਂ ਕਹਿੰਦੇ ਵੀ ਮੇਰਾ ਨਾ ਇੱਕ ਕੰਮ ਅੜਿਆ, ਤੈਨੂੰ ਕੋਈ ਜਾਣਦਾ? ਉਹ ਆਖੂ ਹਾਂ ਮੈਨੂੰ ਫਲਾਣਾ ਅਫਸਰ ਜਾਣਦਾ, ਲਿਆ ਆਪਾਂ ਕਰਾ ਦਿੰਦੇ ਆ। ਇਹਦਾ ਮਤਲਬ ਉੱਥੇ ਉਹ ਵਿਚੋਲਾ ਪੈ ਗਿਆ। ਕੋਈ ਤੇਰਾ ਕੰਮ, ਕੋਈ ਰਾਹ ਪਰਾਹ ਜਾਂਦਿਆਂ ਕੋਈ ਕੰਮ ਪੈ ਗਿਆ, ਕੋਈ ਦੁਕਾਨ ਨਹੀਂ ਲੱਭਦੀ ਪਈ, ਫਲਾਣੇ ਨੂੰ ਫੋਨ ਕੀਤਾ, ਉਹਨੇ ਉਸੇ ਵੇਲੇ ਦੱਸ ਪਾਤੀ, ਉਹ ਤੇਰਾ ਵਿਚੋਲਾ ਬਣ ਗਿਆ। ਸਾਰੇ ਕੰਮਾਂ ਦੇ ਵਿੱਚ ਸਾਡੇ ਵਿਚੋਲੇ ਬਣਦੇ ਨੇ। ਪਰ ਸਾਹਿਬ ਪਾਤਸ਼ਾਹ ਕਹਿੰਦੇ ਯਾਦ ਰੱਖੀ, ਇੱਥੇ ਇੱਕ ਦਿਨ ਜਦੋਂ ਤੂੰ ਇਸ ਸਰੀਰ ਨੂੰ ਛੱਡ ਦੇਣਾ ਹੈ, ਉਸ ਦਰਗਾਹ ਦੇ ਵਿੱਚ ਜਦੋਂ ਲੇਖੇ ਜੋਖੇ ਹੋਣੇ ਨਾ, ਉੱਥੇ ਹਜੂਰ ਪਾਤਸ਼ਾਹ ਬਾਣੀ ਜਦੋਂ ਬਚਨ ਕਹਿੰਦੇ ਨੇ ਨਾ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁਤ ਦਾਰਾ ਪਹਿ ਆਨ ਲੁਟਾਵੈ ਮਨ ਮੇਰੇ ਭੂਲੇ ਕਪਟ ਨਾ ਕੀਜੈ। ਕਿ ਤੂੰ ਬਹੁਤ ਪਰਪੰਚ ਕਰਦਾ, ਪਤਾ ਨਹੀਂ ਕਿੰਨੀਆਂ ਚੋਰੀਆਂ ਠੱਗੀਆਂ ਕਰਕੇ ਘਰੇ ਧਨ ਲੈ ਕੇ ਆਉਣਾ, ਪਰ ਯਾਦ ਰੱਖੀ ਮਨ ਮੇਰੇ ਭੂਲੇ ਕਪਟ ਨਾ ਕੀਜੈ। ਕਾਰਨ ਕੀ ਹੈ? ਮਹਾਰਾਜ ਇਹਦੇ ਨਾਲ ਤਾਂ ਮੈਨੂੰ ਸੁੱਖ ਬੜਾ ਮਿਲਦਾ, ਮੇਰੇ ਨਿਆਣੇ ਖੁਸ਼ ਹੋ ਜਾਂਦੇ ਜਦੋਂ ਮੈਂ ਪੈਸੇ ਲੈ ਕੇ ਆਉਣਾ, ਮਹਿੰਗੀਆਂ ਚੀਜ਼ਾਂ ਲੈ ਕੇ ਆਉਣਾ। ਸਾਹਿਬ ਪਾਤਸ਼ਾਹ ਕਹਿੰਦੇ ਠੀਕ ਹੈ, ਇਹ ਖੁਸ਼ ਨੇ, ਇਹ ਤੇਰੇ ਦਿੱਤੇ ਧਨ ਦੇ ਨਾਲ ਇੰਜੋਏ ਕਰਦੇ ਨੇ, ਬੜਾ ਜ਼ਿੰਦਗੀ 'ਚ ਸੁੱਖ ਹੰਡਾਉਂਦੇ, ਪਰ ਯਾਦ ਰੱਖੀ ਅੰਤ ਨਬੇੜਾ ਤੇਰੇ ਜੀ ਪਹਿਲੀ ਜੈ। ਅੰਤ ਦੇ ਸਮੇਂ ਨਬੇੜਾ ਤੇਰੇ ਕੋਲੋਂ ਲਿਆ ਜਾਣਾ, ਲੇਖੇ ਤੇਰੇ ਨਾਲ ਹੋਣੇ ਨੇ। ਇੱਕ ਦੋ ਦਿਨਾਂ ਦੀ ਸ਼ਾਇਦ ਖਬਰ ਹੈ, ਕੱਲ੍ਹ ਹੀ ਸ਼ਾਇਦ ਮੈਂ ਜ਼ਿਆਦਾ ਦੇਖੀ, ਚਲੋ ਉਸ ਮੰਤਰੀ ਦਾ ਨਾਂ ਆਪਾਂ ਨਹੀਂ ਲੈਂਦੇ, ਉਹ ਰਿਸ਼ਵਤ ਕਰਦਾ ਫੜਿਆ ਗਿਆ, ਸ਼ਾਇਦ ਆਪ ਜੀ ਨੇ ਖਬਰ ਵੇਖੀ ਹੋਵੇ। ਤੇ ਜਦੋਂ ਉਹਨੂੰ ਫੜਨ ਆਏ, ਉਹਨੂੰ ਗ੍ਰਿਫਤਾਰ ਕਰਨ ਵਾਸਤੇ ਆਏ, ਤੇ ਉਹ ਫਿਰ ਬੱਚਿਆਂ ਦੀ ਤਰ੍ਹਾਂ ਉਹਨੇ ਰੋਣਾ ਸ਼ੁਰੂ ਕਰਤਾ। ਉਹ ਮਗਰਮੱਛ ਦੇ ਹੰਝੂ ਵਹਾਉਂਦਾ ਪਿਆ ਸੀਗਾ। ਤੇ ਵੇਖ ਕੇ ਹੈਰਾਨੀ ਇਸ ਗੱਲ ਦੀ ਹੋਈ ਕਿ ਕਮਾਲ ਦੀ ਗੱਲ, ਜਿੱਦਣ ਤੂੰ ਰਿਸ਼ਵਤ ਲੈਂਦਾ ਸੀ ਉਦਣ ਨਹੀਂ ਤੈਨੂੰ ਪਤਾ ਲੱਗਾ। ਤੇ ਰਿਸ਼ਵਤ ਲੈਂਦਾ ਕਿਹਨਾਂ ਵਾਸਤੇ ਸੀ? ਰੋਟੀਆਂ ਤੇ ਤੂੰ ਦੋ ਹੀ ਖਾਂਦਾ ਹੋਵੇਂਗਾ, ਪਰ ਕਿਹਨਾਂ ਵਾਸਤੇ ਲੈਂਦਾ ਸੀ? ਇਹ ਇਸਤਰੀ ਦੇ ਵਾਸਤੇ, ਇਹਨਾਂ ਬੱਚਿਆਂ ਵਾਸਤੇ ਮੈਂ ਰਿਸ਼ਵਤ ਲੈਂਦਾ ਹੋਵਾਂਗਾ ਵੀ ਮੈਂ ਇਹਨਾਂ ਨੂੰ ਸੁੱਖ ਦੇਵਾਂ, ਇਹਨਾਂ ਲਈ ਆਹ ਕਰਦਾ ਉਹ ਕਰਦਾ। ਉਹ ਸਾਰਾ ਦਾ ਸਾਰਾ ਟੱਬਰ ਕੋਲ ਖੜਾ, ਕੋਈ ਨਹੀਂ ਬੋਲਦਾ ਪਿਆ, ਕੋਈ ਨਹੀਂ ਰੋਂਦਾ ਪਿਆ, ਉਹ ਇਕੱਲਾ ਹੀ ਤਾਹਾਂ ਮਾਰ ਮਾਰ ਕੇ ਰੋਈ ਜਾ ਰਿਹਾ ਤੇ ਉਹਦੀ ਗ੍ਰਿਫਤਾਰੀ ਹੋ ਰਹੀ। ਹੈਰਾਨੀ ਇਸ ਗੱਲ ਦੀ ਹੋਈ ਵੀ ਮੂਰਖਾ, ਜਿਨ੍ਹਾਂ ਵਾਸਤੇ ਤੂੰ ਰਿਸ਼ਵਤ ਲੈਂਦਾ ਸੀ ਕੋਈ ਨਹੀਂ ਕਹਿੰਦਾ ਪਿਆ ਵੀ ਲਿਆ ਬਾਪੂ ਮੈਂ ਤੇਰੇ ਵਾਸਤੇ ਮੈਂ ਜੇਲ੍ਹ ਚਲਾ ਜਾਣਾ। ਨਾ ਘਰ ਵਾਲੀ ਕਹਿੰਦੀ ਪਈ ਵੀ ਇਹਨੇ ਸਾਡੇ ਲਈ ਕੀਤਾ ਸੀ, ਲਿਆਓ ਮੈਨੂੰ ਸਜ਼ਾ ਕਰੋ, ਇਹਨੂੰ ਘਰੇ ਰਹਿਣ ਦਿਓ। ਨਹੀਂ, ਉਹਦੇ ਹੱਥਾਂ 'ਚ ਹੱਥ ਕੜੀਆਂ ਲੱਗਦੀਆਂ ਨੇ। ਸੋ ਇਸ ਕਰਕੇ ਜੇ ਜ਼ਿੰਦਗੀ 'ਚ ਸਾਡੇ ਦੇਖੋ ਕਮਾਈ ਸਾਰਿਆਂ ਨੂੰ ਪਤਾ ਹੁੰਦਾ ਸਾਡੇ ਘਰ ਦੀ ਕਿੰਨੀ ਕੁ ਹੈ, ਇਸ ਗੱਲ ਤੋਂ ਮੁੱਕਰਿਆ ਨਹੀਂ ਜਾ ਸਕਦਾ ਗਾ। ਅਸੀਂ ਮਹਾਰਾਜ ਦੀ ਹਜ਼ੂਰੀ ਬੈਠੇ ਹਾਂ, ਹਰ ਘਰ ਨੂੰ ਪਤਾ ਹੁੰਦਾ ਵੀ ਸਾਡੀ ਇਨਕਮ ਕਿੰਨੀ ਕੁ ਹੈ, ਸਾਡੇ ਘਰ ਦਾ ਮੁਖੀ ਕਿਹੜਾ ਕੰਮ ਕਰਦਾ ਤੇ ਕਿੰਨੇ ਕੁ ਕਮਾਉਂਦਾ ਮਹੀਨੇ ਦੇ। ਪਰ ਜੇ ਸਾਡੇ ਘਰ ਵਿੱਚ ਸੁੱਖ ਤੋਂ ਜ਼ਿਆਦਾ ਪੈਸਾ ਆ ਲਿਆ ਤੇ ਮੈਂ ਕਹਿੰਦਾ ਕਦੀ ਉਹਨੂੰ ਕੋਲ ਬਿਠਾ ਕੇ ਮੁਖੀ ਨੂੰ ਪੁੱਛ ਲੈਣਾ ਚਾਹੀਦਾ, ਘਰ ਵਾਲੀ ਨੂੰ, ਵੀ ਤੇਰੀ ਤਨਖਾਹ ਤੇ ਇੰਨੀ ਕੁ ਆ, ਦੁਕਾਨ ਤੇ ਗਾਹਕ ਤੇ ਇੰਨੇ ਕੁ ਆਉਂਦੇ, ਪਰ ਤੂੰ ਜਿਹੜਾ ਲੱਖਾਂ ਲੈ ਕੇ ਆ ਰਿਹਾ ਲਿਆ ਕਿੱਥੋਂ ਰਿਹਾ ਤੂੰ? ਜਵਾਬ ਦੇ ਇਸ ਗੱਲ ਦਾ। ਇਹ ਵੀ ਬੜਾ ਵੱਡਾ ਇੱਕ ਭਲਾ ਹੈ, ਇਹਦੇ ਨਾਲ ਉਹਦਾ ਵੀ ਭਲਾ ਤੇ ਤੁਹਾਡਾ ਵੀ ਭਲਾ ਹੈ। ਸੋ ਖੈਰ ਇਹ ਵੱਖਰੀ ਗੱਲ ਹੈ। ਸਾਹਿਬ ਪਾਤਸ਼ਾਹ ਇੱਥੇ ਸਮਝਾ ਕੇ ਕਹਿੰਦੇ ਨੇ ਯਾਦ ਰੱਖੀ ਉਸ ਸਾਚੈ ਦੀ ਬਾਣ ਮੈਂ ਪੱਲਾ ਨਾ ਪਕੜੈ ਕੋਏ, ਵਿੱਚ ਨਾ ਕੋਈ ਕਰ ਸਕੈ
किस थै रोवह रोज, किहदे कोल रोज रोना है। कई बार सारी जिंदगी कमाई की, अखीर बंदा मंजे ते पै गया, मंजे ते पिया जिहड़ा हज़ारां लखां कमा के दिंदा सी दवाई नूं मुथाज होया पिया वो। ते किस थै रोवै रोज, हुण किहदे कोल रोना पिया भी मैनू न्याणे पुछदे नहीं, पुੱਤ नहीं पुछदा, नूंह नहीं पुछदी। याद रखी ये तेरे कीते हुए कर्म ही तेरे अगे आ रहे ने। ये सच्चाई महाराज की हजूरी अंदर। तां साहिब पातशाह कहंदे हुण किस थै रोवै रोज, किहदे कोल रोना पिया, क्यों इन्हां लोकां कोल रोना है, ये तेरा कुछ नहीं सवार सकते। क्यों? क्योंकि ना तो इत्थे तेरी बांह फड़ सकते, ना अगले जहान तेरी बांह फड़ सकते है। उस साचे दी बांह नूं मैं पल्ला ना पकड़ा कोई, उत्थे भी तेरा कोई पल्ला नहीं फड़न वाला हैगा, उत्थे भी तेरी ढोई नहीं कोई ढोण वाला, क्योंकि उत्थे लेखा जिहड़ा तेरे तो लिया जाएगा। फिर साहिब पातशाह समझा के कहंदे ने, कीता किछु ना होवई, लिखिया धुर संजोग। याद रखी ये धुर दरगाह दे संजोग ने। आ जिहड़े आपां परिवार दे नाल मिलदे आ, रिश्तेदारां संबंधियां नाल साडे मेल मिलाप ने, रोज़ गुरु नानक पातशाह दे बचन पढ़दे, संजोग विजोग दोए कार चलावै, लेखे आवै भाग। कि ये संजोग ते विजोग ये दो ऐसा कार विहार जिहड़ा साडी जिंदगी च चलदा पिया है। कदी संजोग हो जाता है, कदी विजोग, कदी मिलाप, कदी विछोड़ा। ये सारा कुछ जिहड़ा है, जिन्हों हजूर की बाणी एक वचन कहते, मात पिता बनिता सुत बंधप इष्ट मीत अर भाई, सारियां दा जिक्र करके महाराज कहते, पूर्व जन्म के मिले संजोगी अंतः को ना सहाई। कि पहली बार की गल नहीं आ, संसारक तौर पर ना आपां किसी नाल बड़ी मित्रता रखी होवे ते साडे ते कोई दुख का समा आ जाए तो वो साडे नाल खड़े ना, तो आपां उहनूं बुलाउणा छड्ड दईए। तो 4 कुछ दिनों को कोई साडा दूजा मित्र पूछे भी अजकल वो तेरे नाल दिसदा नहीं, पहलां तो तुहाडी बड़ी सांझ सी, घ्यो खिचड़ी ही तुसीं आपस दे विच, हुण तुसीं दिसदे ही नहीं, एक दूजे दे कोलों भी लंघ जो बुलाउंदे नहीं। तो फिर आपां अपनी दास्तां अपनी दुखां दी विथया शुरू करदे आं भी मेरे ते एक दिन इस तरह का समा पिया, मैं बड़ा दुखी सी, मैनू राह चा मुसीबत आ गई, मेरे घर चा लोड़ पै गई, मैनू फोन किया तो इन्हें फोन ही नहीं चुकिया, जां फिर मैनू कम किया भी मैनू 4 पैसों की लोड़, इन्हें टका का जवाब मैनू अगों दिता भी मैं नहीं तेरी मदद कर सकता, इस करके मैं हुण इहदा साथ छड्ड दिता। फिर की हुंदा है, जिस बंदे ने एक बार धोखा दे दिता होवे पर सारी जिंदगी फिर उहदे नेड़े नहीं हुंदे, आपां उहदे धोखे का शिकार भी नहीं हुंदे ते उहदे लागे भी नहीं लगते। याद रखियो ये संसार के रिश्तियां ने पहली बार नहीं धोखा देना, इन्हां पिछे भी बड़ी बार धोखा दिता है। ये कोई मनोबल नहीं मैं डेगदा, पर सच्चाई है जो महाराज सानू बाणी च वार वार समझाउंदे भी ये सारा कुछ पहलां भी तेरे नाल होया है, तो याद रखी इस वार भी तेरे नाल होएगा। सियाणा बंदा वो है जिहड़ा एक बार किसी तो धोखा खा के दूजी बार सचेत हो जाए, तो जे वार वार इक्को बंदे तो ही धोखा खाई जाना, तेरे वर्गा मूर्ख कोई नहीं हैगा। तो साहिब पातशाह कहते, मात पिता बनिता सुत बंधप इष्ट मीत अर भाई, पूर्व जन्म के मिले संजोगी अंतः को ना सहाई। ना ही पहला तेरी सहायता की, ना इन्होंने हुण तेरी सहायता करनी। याद रखो ये साडा संजोग विजोग है। मैं एक जिक्र करता हुन्ना कि असी जदों भी संसार तो तुरदे आ, कई बार साडी अरदास जिहड़ी हुंदी ते उहदे च बड़े बड़े शब्द वरते जाते भी महाराज पातशाह संसार ते आया, इहदे तो अवगण होए, इहदे तो गुनाह होए, इहदे तो पाप होए, तू बख्शांद है, तू बख्श दी। पर मैं एक बेनती करा, कदी ये भी अरदास करिया करिए कि महाराज पातशाह इहदी कोई ड्यूटी ला के तू इहनूं संसार ते भेजिया सी। ये सच्चाई है, असी सारे ड्यूटी ते चल रहे हैं, असी ऑन ड्यूटी चलते पे हैं, सारे जिन्ने भी है ऑन ड्यूटी चल रहे हैं। ये ऑन ड्यूटी का भाव यह है, ड्यूटियां लगियां ने, किसी का हिसाब क्लीयर करने वास्ते आए तो किसी तो हिसाब क्लीयर करवाउण वास्ते आए हैं, किसी के पैसे देने वास्ते आए हुए हैं तो किसी के लैण वास्ते आए हैं, किसी की सेवा करने वास्ते आए हैं तो किसी तो सेवा करवाउण वास्ते आए हुए हैं। जदों ये सारा हिसाब किताब जिहा क्लीयर हो जाता है, असीं अपना सारा साजो समन चुकते तो अगले जाने कूच कर जाने आ, जिन्हों सौखे जे शब्दां च आपां समझ लईए। जिवें एक घटना हुई सी एक बार कि बच्चा पैदा होया तो पैदा हुंदे सार उन्हें कोई ऐसी बीमारी सी, वो 1-2 घंटियां दे विच उन्हें परिवार का 4 तो 10 लाख रुपया जिहड़ा सी उन्हें लवाया 1-2 घंटियां दे विच। ते कहंदे भी सारा पैसा लगन तो बाद बस उन्हें नाल दी नाल अखां मीचियां तो तुर गया। हुण हैरानी हुई उन्हां लोकां नूं भी ये घटना की ना कोई बीमारी समझ विच आई, ना कोई कारण समझ विच आया। तो फिर दानिया सियाणियां ने उहदा तत्त कढिया
भी ये सिर्फ अपने पैसा कोई पिछला लैन देन वो क्लीयर करवाउण वास्ते आया सी, तुहाडे ते लैणे सी, वो तुहाडे लवा के ते आपदा तुरदा लगा। इतिहास च भी खैर मेरे कोल हुण समा नहीं, ग्रंथां च ऐसे बड़े प्रमाण ने जिथे सारियां घटना जड़ियां प्रतੱਖ वरतदियां ने। महाराज साहब इत्थे खैर जो कहिंदे ने कि ये सारे भोग पदार्थ जिहड़े याद रखी विच ना कोई कर सकै, किस थै रोवै रोज कीता किछू ना होवे लिखिया तुर संजोग। ये तुर संजोग दा ये सारा कुछ जिहड़ा ये लिखिया होया है। तो पातशाह जी कहंदे तेरा कीता कुछ नहीं हो सकता। बाणी च एक बचन पढ़दे मेरा किया किछू ना होए कर है राम होए है सोए। पर इत्थे जिहड़ी गल महाराज ने कीती ਇਹਦਾ मतलब ये नहीं भी ਅਸੀਂ जो मर्जी करी जे कहीए रब करवाउंदा। इत्थे संजोग की गल महाराज ने की ना, तू धक्के नाल किते संजोग जोड़ सकदा है, ये याद रखिए। ये सारे संजोग साडे बने हुए ने, तू धक्के नाल चूस करके नहीं सी आया कि मैं फलानी माँ के कोल तू जन्म लेना, मैं फलाने पिता के घर ही जन्म लेना। तो कदी भी याद रखिए असी जदों माड़े बंदे का विरोध करते, अखौती नीवीं जात का विरोध करते, लो जी ये तो फलानिया का मुंडा है, फलानिया की धी है, ये तो फलानी स्टेट वाला इस तरह का उस तरह का, बड़े असी शब्द वरतते हैं। कोई गरीब होवे कोई नीवीं जात वाला होवे तो मैं एक शब्द समझाउणा ना, गुरमुखा कोई अपनी मर्जी नाल नहीं किसी जात विच जन्म लैंदा, कोई मर्जी नाल नहीं कहंदा भी मैं चंडालां दे घर जन्म लैना, मैं किसी नीवीं जात दे, ते तू भी मर्जी नाल उच्ची एक जात च जन्म नहीं सी लिया। ये तो परमेश्वर का संजोग विजोग ऐसा सी कि तू इस उच्ची जात च जन्म लै लिया तो उन्हें नीवीं जात च जन्म लै लिया। पर कदी किसी के उत्ते गिला ना करया कर, क्योंकि साहब पातशाह कहते कीता किछू ना होवई, किसी की मर्जी नहीं चलती होंदी मैं किहड़े घरे जाना है। कर्म भोगण वास्ते भी साडी मर्जी नहीं, असी किहड़े घरे जाना है ते किहड़े घरों वापस आउणा है, इत्थे साडी कोई मर्जी नहीं चलती। साहब कहते तुर दरगाह दा लिखिया हुंदा, तू इंज करया कर वड भागी मेरा प्रभ मिलै ਤਾਂ ਉਤਰਹਿ ਸਭ ਬਿਯੋਗ। ਸਾਹਿਬ ਕਹਿੰਦੇ ਜੇ ਵੱਡਿਆਂ ਭਾਗਾਂ ਦੇ ਨਾਲ ਮੇਰਾ ਪ੍ਰਭੂ ਪਰਮੇਸ਼ਰ ਜ਼ਿੰਦਗੀ ਵਿੱਚ ਮਿਲ ਪਵੇ, ਮਿਲਾਪ ਹੋ ਜਾਵੇ ਤਾਂ ਜ਼ਿੰਦਗੀ ਦੇ ਸਾਰੇ ਵਿਯੋਗ ਦੁੱਖ ਤਕਲੀਫਾਂ ਵਿਛੋੜੇ ਝੋਰੇ ਇਹ ਸਾਰਾ ਕੁਝ ਜਿਹੜਾ ਹੈ ਉਹ ਉਤਰ ਜਾਂਦਾ, ਜ਼ਿੰਦਗੀ 'ਚ ਖਤਮ ਹੋ ਜਾਂਦਾ ਹੈ। ਪਰ ਹੁਣ ਗੁਰੂ ਮਿਲੇ ਕਿਵੇਂ? ਜੇ ਕਦੀ ਗੁਰੂ ਦੀ ਸ਼ਰਨ ਆਵੇਂ ਤਾਂ ਸਾਹਿਬ ਅੱਜ ਦੇ ਮਹੀਨੇ 'ਚ ਸਾਨੂੰ ਸਮਝਾਉਂਦੇ ਆ भी कत्तक के महीने की आरंभता हुई, ये पता है कि सारिया ने गुरु घर जाना है। तो ये सच है, जिहड़ा बंदा सारा महीना भी ना गया होवे वो भी संगरांद वाले दिन कहता होंदा चलो अज गुरुद्वारे मत्था ही टेक आईए। तो महाराज साहब कहते जे तू आ गया है तो मैं तेनों एक सौखा या बड़ा सोहना जिहा तैनूं एक तरीका दसदा भी मालक दे अगे हथ जोड़ के कहीं नानक कहो प्रभ राख ले मेरे साहिब बंदी मोच। ऐ मेरे बंदी मोच भाव के बंधना तो छड़ाउण वाले सतगुरु, बंधन कट्टन वाले सतगुरु, सतगुरु दाता बंदी छोड़ है कि तू बंधना नूं कट्टन वाला, बंधना तो छड़ाउण वाला, तू बंदी छोड़ है। तो नानक कहो प्रभ राख ले, दाता सानू रख ला। इस महीने साहब कहते जे गुरु की शरण विच आ गए हैं तो आके एक ही अरदास करी कि त्राहे त्राहे कर सरनी आए रख हो राखण हारे। कि दाता जी असी तेरी शरण विच आ गए हाँ तो तू साडे ते तरस कर, मौका कोई ना जानत सब कहीत दास तुम्हारा। बिरद बाणे दी लाज रखियो ते सानू संसार दे उत्ते अपनी शरण विच आया होयां दी लाज रख लियो, क्योंकि तुहाडा सुभाव जिहड़ा बाणी च असी बचन पढ़दे हां जो शरण आवै तिस कंठ लावै इहो बिरद सुआमी संदा। कि दाता जिहड़ा भी तेरी शरण विच आ गया वो किवें दा भी होवे, किस तरह का होवे, भावें शरीर करके जात करके गुणा करके औगणा करके जिन्ना मर्जी वो लिबड़िया होवे, पर माँ जिहड़ी वो कदी गुनाह नहीं वेंदी हुंदी। जो तुसीं साहिब दी बाणी च वचन पढ़दे ना सुत अपराध करता है जेते जननी चीत ना राखस तेते रामैया हों बारिक तेरा काहे ना खंडस अवगण मेरा। कि जिवें बच्चा जो मर्जी अपराध कर दे माँ चेते नहीं रखती हुंदी, उहनूं गल वकड़ी लै लैंदी है। दाता इसे तरह हमारा सुभाव सदा सद भूलन, साडा तो सुभाव है असी छिन छिन करके भुलते हाँ, पर दाता नानक कहो प्रभ राख लेहे मेरे साहिब बंदी मोच। दाता असी पिछलिया महीनों च भी गुनाह ही किए ने, भावें तू सानू 80 के महीने च भी कहा सी भी संगत करया कर, पर महाराज असी नहीं की, असी ढीठ हाँ रज के ढीठ हाँ। पर दाता तू बख्शंद है, इस करके तेरी शरण विच आ गए हाँ
ਤੇ ਮੇਰੇ ਸਾਹਿਬ ਬੰਦੀ ਮੋਚ। ਬੰਧਨ ਕੱਟਣ ਵਾਲੇ ਸਤਿਗੁਰੂ, ਸਤਿਗੁਰ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬੇਕਾਰ ਤੇ ਹਟੇ। ਆਪਣੇ ਸੁਭਾਅ ਦੀ ਪਾਲਣਾ ਕਰ, ਕਤਿਕ ਹੋਵੈ ਸਾਧ ਸੰਗ, ਬਿਨ ਸਹੇ ਸਭੇ ਸੋਚ। ਅਖੀਰ ਸਾਹਿਬ ਪਾਤਸ਼ਾਹ ਕਹਿੰਦੇ ਕੱਤਕ ਦੇ ਮਹੀਨੇ ਵਿੱਚ ਕਿਤੇ ਸਤਿਪੁਰਖਾਂ ਦਾ ਸੰਗ ਮਿਲ ਜਾਏ, ਗੁਰੂ ਕੀ ਸਤ ਸੰਗਤ ਮਿਲ ਜਾਏ, ਗੁਰੂ ਕੀ ਹਜ਼ੂਰੀ ਮਿਲ ਜਾਏ, ਤਾਂ ਸਾਰੇ ਸੋਚ ਜਿੰਨੀਆਂ ਚਿੰਤਾਵਾਂ ਝੋਰੇ ਜ਼ਿੰਦਗੀ ਨੂੰ ਵਿਆਪਦੇ ਨੇ, ਇਹ ਬਿਨਸ ਹੈ। ਇਹ ਸਭ ਕੁਝ ਜ਼ਿੰਦਗੀ 'ਚੋਂ ਬਿਨਸ ਜਾਂਦਾ ਹੈ। ਜਦੋਂ ਸੰਗਤ ਵਿੱਚ ਬਹਿ ਜਾਂਦੇ ਆ, ਬਹੁਤ ਕੁਝ ਜ਼ਿੰਦਗੀ ਦਾ ਖਤਮ ਹੋ ਜਾਂਦਾ ਹੈ। ਦੇਖੋ ਲੱਖਾਂ ਰੁਝੇਵੇਂ ਹੋਣ ਬੰਦੇ ਦੇ, ਪਰ ਜਦੋਂ ਸੰਗਤ ਵਿੱਚ ਬਹਿ ਗਿਆ ਸਭ ਕੁਝ ਖਤਮ ਹੋ ਜਾਂਦਾ ਹੈ। ਕਈ ਚਿੰਤਾਵਾਂ ਹੋਣ, ਸੰਗਤ 'ਚ ਬੈਠਿਆਂ ਭਾਵੇਂ ਕਿੱਡੀ ਚਿੰਤਾ ਹੋਵੇ ਮਨੁੱਖ ਨੂੰ, ਪਰ ਜਦੋਂ ਸੰਗਤ 'ਚ ਬਹਿ ਕੇ ਆਪਾਂ ਕਥਾ ਕੀਰਤਨ ਸੁਣਨ ਲੱਗ ਜਾਂਦੇ, ਸਾਡਾ ਧਿਆਨ ਉੱਧਰ ਜੁੜ ਜਾਂਦਾ, ਸਾਨੂੰ ਚੇਤਾ ਭੁੱਲ ਜਾਂਦਾ। ਕੋਈ ਰੋਗ ਹੋਵੇ, ਕੋਈ ਦੁੱਖ ਹੋਵੇ, ਕੋਈ ਤਕਲੀਫ ਹੋਵੇ, ਭੁੱਲ ਜਾਂਦੀ। ਇਹ ਬਾਹਰੀ ਤੌਰ 'ਤੇ ਸਭ ਨਾਲ ਹੁੰਦਾ। ਅਤੇ ਸਾਹਿਬ ਪਾਤਸ਼ਾਹ ਕਹਿੰਦੇ ਜੇ ਕਿਤੇ ਅੰਦਰੀਵ ਤੌਰ 'ਤੇ ਵੀ, ਅੰਦਰੂਨੀ ਤੌਰ 'ਤੇ ਵੀ, ਆਤਮਿਕ ਤੌਰ 'ਤੇ ਵੀ ਸਾਧ ਸੰਗਤ ਮਿਲ ਜਾਏ ਤਾਂ ਬਿਨਸੈ ਸਭੇ ਸੋਚ। ਜਿਹੜੀਆਂ ਅੱਗੇ ਦੀਆਂ ਚਿੰਤਾਵਾਂ ਨੇ ਨਾ, ਕਿ ਅੱਗੇ ਸਾਡਾ ਕੀ ਬਣੇਗਾ, ਕੀ ਬੀਤੇਗੀ ਸਾਡੇ 'ਤੇ, ਸਾਰੀਆਂ ਚਿੰਤਾਵਾਂ ਜਿਹੜੀਆਂ ਤੇਰੀਆਂ ਲੈ ਜਾਣਗੀਆਂ। ਇਹ ਮਹਾਰਾਜ ਨੇ ਸਾਨੂੰ ਅੱਜ ਕੱਤਕ ਦੇ ਮਹੀਨੇ ਦੀ ਆਰੰਭਤਾ ਹੋਈ ਅਤੇ ਮਹਾਰਾਜ ਨੇ ਆਪਣੇ ਧੀਆਂ ਪੁੱਤਰਾਂ 'ਤੇ ਤਰਸ ਕਰਦਿਆਂ ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਇਸ ਪਾਵਨ ਅਸਥਾਨ ਤੋਂ ਮਾਤਾ ਵਿਸ਼ੰਬਰਾ ਦੇਵੀ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਸਾਨੂੰ ਬਿਠਾ ਕੇ ਮਹਾਰਾਜ ਸਾਹਿਬ ਜੀ ਨੇ ਅੱਜ ਇਹ ਪਾਵਨ ਉਪਦੇਸ਼ ਬਖਸ਼ਿਆ। ਕੈਸੀ ਕਮਾਲ ਦੀ ਗੱਲ ਹੈ ਕਿ ਇੱਕ ਹੀ ਗੋਦ ਦੇ ਅੰਦਰ, ਉਸੇ ਗੋਦ ਅੰਦਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਬਹਿੰਦੇ ਅਤੇ ਉਸੇ ਗੋਦ ਅੰਦਰ ਅਸੀਂ ਬੈਠੇ ਹੋਏ ਹਾਂ। ਉਹੀ ਸਾਹਿਬ ਦੇ ਧਰਮ ਮਾਤ ਨੇ ਮਾਤਾ ਵਿਸ਼ੰਬਰਾ ਦੇਵੀ ਸਾਹਿਬ ਜੀ, ਉਸੇ ਗੋਦ ਅੰਦਰ ਸਾਹਿਬ ਪਾਤਸ਼ਾਹ ਬੈਠੇ ਅਤੇ ਉਸੇ ਗੋਦ ਅੰਦਰ ਸਾਨੂੰ ਨਾਲ ਬਿਠਾ ਕੇ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਅੱਜ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਮਹਾਰਾਜ ਕਿਰਪਾ ਕਰਨ ਇਹ ਮਹੀਨਾ ਸਾਰਿਆਂ ਦੇ ਘਰ ਪਰਿਵਾਰ 'ਚ ਸੁੱਖ ਸ਼ਾਂਤੀ ਵਰਤਾਵੇ, ਸਾਰਿਆਂ ਨੂੰ ਗੁਰਸਿੱਖੀ ਜੀਵਨ, ਭਜਨ ਬੰਦਗੀ, ਚੜ੍ਹਦੀ ਕਲਾ ਦੇ ਉੱਚੇ ਸੁੱਚੇ ਜੀਵਨ ਬਖਸ਼ ਕੇ ਮਹਾਰਾਜ ਨਿਤਨੇਮ ਅੰਮ੍ਰਿਤ ਵੇਲਾ ਬਖਸ਼ ਕੇ ਸਭਨਾਂ ਦੀ ਯਾਤਰਾ ਸਫਲੀ ਕਰਦਿਆਂ ਬਾਹਰ ਦੀ ਯਾਤਰਾ ਵੀ ਸਫਲੀ ਕਰਨ ਅਤੇ ਸਾਡੀ ਅੰਦਰ ਦੀ ਯਾਤਰਾ ਜਿਹੜੀ ਸੋ ਵੀ ਸਫਲੀ ਹੋਵੇ। ਭੁੱਲਾਂ ਦੀ ਖਿਮਾ ਮਹਾਰਾਜ ਸਮਤ ਦੀ ਦਾਤ ਬਖਸ਼ ਨਿਵਾਜਣਾ ਕਰਨ। ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ, ਬਿਨ ਸਹੇ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। 12 ਮਾਹਾ ਮਾਝ ਮਹੱਲਾ ਪੰਜਵਾ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵਿਛੋੜੇ, ਕਰ ਕਿਰਪਾ ਮੇਲਹੁ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਤੇਨ ਦੁਧੈ ਤੇ ਬਾਹਰੀ, ਕਿਤੈ ਨਾ ਆਵੈ ਕਾਮ। ਜਲ ਬਿਨ ਸਾਖ ਕੁਮਲਾਵਤੀ, ਉਪਜਹਿ ਨਾਹੀ ਦਾਮ। ਹਰ ਨਾਹ ਨਾ ਮਿਲੀਐ ਸਾਜਨੈ, ਕਤ ਪਾਈਐ ਵਿਸਰਾਮ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਭੱਠ ਨਗਰ ਸੇ ਗ੍ਰਾਮ। ਸਰਬ ਸਿੰਗਾਰ ਤੰਬੋਲ ਰਸ, ਸਣ ਦੇਹੀ ਸਭ ਖਾਮ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ। ਨਾਨਕ ਕੀ ਬੇਨੰਤੀਆਂ, ਕਰ ਕਿਰਪਾ ਦੀਜੈ ਨਾਮ। ਹਰ ਮੇਲਹੁ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਚੇਤ ਗੋਵਿੰਦ ਆਰਾਧੀਐ, ਹੋਵੈ ਆਨੰਦ ਘਣਾ। ਸੰਤ ਜਨਾ ਮਿਲ ਪਾਈਐ, ਰਸਨਾ ਨਾਮ ਭਣਾ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸਹੇ ਗਣਾ। ਇਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ। ਸੋ ਪ੍ਰਭ ਚਿਤ ਨਾ ਆਵਈ, ਕਿਤੜਾ ਦੁਖ ਗਣਾ। ਜਿਨੀ ਰਾਵਿਆ ਸੋ ਪ੍ਰਭੂ, ਤਿੰਨਾ ਭਾਗ ਮਣਾ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲੱਗਾ। ਵੈਸਾਖ ਧੀਰਨ ਕਿਉ ਵਾਢੀਆ, ਜਿਨਾ ਪ੍ਰੇਮ ਵਿਛੋਹ। ਹਰ ਸਾਜਨ ਪੁਰਖ ਵਿਸਾਰ ਕੈ, ਲੱਗੀ ਮਾਇਆ ਤੋਹ। ਪੁੱਤਰ ਕਲੱਤਰ ਨਾ ਸੰਗ ਧਨਾ, ਹਰ ਅਵਿਨਾਸੀ ਓਹ। ਪਲਚ ਪਲਚ ਸਗਲੀ ਮੋਈ, ਝੂਠੈ ਤੰਦੈ ਮੋਹ।
इक सहर के नाम बिन अग्गै लइह खोहे। दयो विसार वे गुचना प्राप बिन अवर ना कोय। प्रीतम चरनी जो लगे तिनकी निर्मल सोए। नानक की प्रभ बेनती प्रभ मिलहो प्राप्त होए। वैसाख सुहावा तां लगै जा संत भेटै हर सोए। हर जेठ जुड़ंदा लोड़ीऐ जिस अग्गै सब ने वंड। हर सज्जन दावण लगिया किसै न देई बन। मानक मोती नाम प्रभ उन लगै नाही सन। रंग सभे नारायण जेते मन पावन। जो हर लोड़े सो करे सोई जी करन। जो प्रभ कीते अपने सेई कहिए धन। आपन लिया जे मिलै विछुड़ क्यों रोवन। साधु संग प्राप्ते नानक रंग माणन। हर जेठ रंगीला तिस धनी जिसकै भाग मथन। आषाढ़ तपंदा तिस लगै हर नाहो ना जिन्ना पास। जग जीवन पुरख त्याग कै मानस संधि आस। दोए भाई वे गुचीऐ गल पई सो जम की फास। जेहा बीजै सो लुणै मथै जो लिखियास। रैण विहाणी पछोताणी उठ चली गई निरास। जिन कौ साधु भेटिऐ सो दरगह हुए खलास। कर कृपा प्रभ अपनी तेरे दर्शन हुए प्यास। प्रभ तुध बिन दूजा को नहीं नानक की अरदास। आषाढ़ सुहंदा तिस लगै जिस मान हर चरण निवास। सावण सरसी कामणी चरण कमल स्यों प्यार। मन तन रत्ता सच रंग इको नाम आधार। विख्या रंग कूड़ा विया दिसन सभे छार। हर अमृत बूंद सुहावनी मिल साधु पीवन हार। वाण तिन प्रभ संग मौलिया समरथ पुरख अपार। हर मिलनै नो मन लोचदा कर्म मिलावन हार। जिने सखिए प्रभ पाया हऊँ तिनकै साध बलिहार। नानक हर जी मया कर शब्द सवारण हार। सावण तिना सुहागणी जिन राम नाम उरहार। पादोए परम भुलाणिया दूजै लगा हेत। लख सिंगार बनाया कारज नाही केत। जित दिन देह बिन ससी तित वेलै कहसन प्रेत। पकड़ चलायन दूत जम किसै ना देनी भेत। छड़ खड़ोते खिनै माहे जिन स्यों लगा हेत। हथ मरोड़ै तन कपे स्याह हुआ सेत। जेहा बीजै सो लुणै कर्मा संदड़ा खेत। नानक प्रभ शरणागति चरण बोहिथ प्रभ देत। से भादोए नरक ना पाइए गुर रखण वाला हेत। असुन प्रेम उमाहड़ा क्यों मिलिए हर जाए। मन तन प्यास दर्शन घणी कोई आन मिलावै माए। संत सहाई प्रेम के हऊँ तिनकै लागा पाए। विन प्रभ क्यों सुख पाइयै दूजे ना ही जाए। जिन्नी चाखिया प्रेम रस से तृप्त रहे आगाए। आप त्याग बिनती करहे लेहो प्रभु लड़ लाए। जो हर कंत मिलाइया से विछुड़ कतहि ना जाए। प्रभ विण दूजा को नहीं नानक हर शरण आए। असु सुखी वसंदिया जिन्ना मया हर राय। कत्तिक कर्म कमावणे दोष ना काहू जोग। परमेश्वर ते भुलिया व्यापन सबे रोग। वे मुख होए राम ते लगन जन्म विजोग। खिन मह कौड़े होए गए जितड़े माया भोग। विच ना कोई कर सकै किस थै रोवह रोज। कीता किछु ना होवई लिखिया तुर संजोग। वडभागी मेरा प्रभ मिलै तां उतरह सब बेयोग। नानक कहो प्रभ राख ले मेरे साहिब बंदी मोच। कतिक होवै साध संग बिन सहे सभे सोच। मंघिर माहे सुहंदिया हर पिर संग बैठड़िया। तिनकी शोभा क्या गणी जे साहिब में लड़िया।
तान मन मौलिया राम स्यों संग साध सहेलड़िया। साध जना ते बाहरी से रहन एकेलड़िया। तिन दुख न कबहू उतरै से जाम कै वस पड़िया। जिनी राविया प्रभ आपना से दिसन नित खड़िया। रतन जवेहर लाल हार कंठ तिना जड़िया। नानक बांछै धूड़ तिन प्रभ सरणी दर पड़िया। मंगिर प्रभ आराधना बहुड़ न जनमड़िया। पोख तुखार ना व्यापई कंठ मिलिया हर नाहु। मन बेदया चरनार बिंद दर्शन लगड़ा साहु। ओट गोविंद गोपाल राय सेवा स्वामी लाहु। बिखिया पोहे ना सकई मिल साधु गुण गाहो। जह ते उपजी तह मिली सची प्रीत समाहो। कर गहली नी पार ब्रह्म बहुड़ ना विछुड़िया हो। बार जाऊं लख बेरिया हर सज्जन अगम अगाहु। शर्म पई नारायण नानक दार पईया हो। पोख सुहंदा सर्ब सुख जिस बखसे वे परवाहो। माघ मज्जन संग साधुआ तूड़ी कर स्नान। हर का नाम ध्याए सोण सबना नो करदान। जन्म कर्म मल उतरै मन ते जाए गुमान। काम क्रोध ना मोहिਐ बिनसै लोभ सोआन। सच्चै मार्ग चलदिया उस्तत करे जहान। 68 तीर्थ सगल पुन जीव दया परवान। जिसनो देवै दया कर सोई पुरख सुजान। जिन्ना मिलिया प्रभ आपना नानक तिन कुर्बान। माघ सुचे से कांडियह जिन पूरा गुर मेहरवान। फल गुण आनंद उपार्जना हर सज्जन प्रगटे आए। संत सहाई राम के कर कृपा दिया मिलाए। सेज सुहावी सर्ब सुख हुण दुखा नाही जाए। इछ पुन्नी वड भागणी वार पाया हर राय। मिल सहिया मंगल गावही गीत गोविंद अलाए। हर जेहा अवर ना दिसई कोई दूजा लवै ना लाए। हलत पलत सवारे ओन निह चल दिती अन जाए। संसार सागर ते रखे अन बहुड़ ना जन्मै धाए। जिहवा एक अनेक गुण तरे नानक चरनी पाए। फल गुण नित सलाहीऐ जिसनो तिल ना तमाए। जिन जिन नाम ते आया तिनके काज सरे। हर गुर पूरा आराध्या दरगह सच खरे। सर्ब सुखा निद चरण हर भव जल बिखम तरे। प्रेम भगत तिन पाइया बिखिया नाहे जरे। कूड़ गए दुविधा नसी पूर्ण सच भरे। पार ब्रह्म प्रभ सेव दे मन अंदर एक तरे। माह दिवस मुहूर्त भले जिस कौ नदर करे। नानक मंगै दर्श दान कृपा करहो हरे। माह दिवस मुहूर्त भले जिस कौ नदर करे। नानक मंगै दर्श दान कृपा करहो हरे। वाहिगुरु जी का खालसा वाहिगुरु जी की फतेह।